गुरु जी दी साजी नवाजी। गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं गुरबाणी गुरु विच गुरु साहिबानां ने, भगतां ने, संत साधु जनां ने, सतगुरु गुरु नानक पातशाह ने उपदेश बख्शिश की, आपां नूं समझाउंदे भी ये संसार दे विच जदों जीव आउंदा है उहनूं गिणती दा समां सवासां दा धन दिता जांदा। जदों उहदा दिता होया समां खत्म हो जांदा उहनूं इत्थों वापस जाना पैंदा। जदों वापस चला जांदा जिहड़े उहदे संगी साथी फिर उहनूं रोंदे बई साडा असीं क्यों चला गए। सतगुरु कहिंदे भी तुसीं मोया नूं की रहिंदे हो, बई तुहानूं रोना आउंदा नहीं। तुसीं जे रोना ही है तो तुसीं मालक दी याद दे विच उहदी सिफ़त सलाह दे विच बरागी हो। तुसीं उहदे हुक्म नूं जाणो ते हुक्म नूं बुझो। गुरु नानक पातशाह आपां नूं इसे परथाए फरमाउंदे, मोया को क्या रोवो रोए ना जान हो, रोवो सच सलाहे हुक्म पछाण हो। बई मोया नूं की रोंदे हो, जिहड़े चले गए संसार दे विच उहनां नूं की रोंदे। भी तुहानूं रोना तां आउंदा ही नहीं, ये तां तुसीं झूठा रोंदे। जे तुसीं रोना तो मालक दी सिफ़त सलाह परमात्मा दी वडियाई करो, उहदे गुण गावो, उहदी सिफ़त सलाह दे विच वैरागी हो, उहदे हुक्म नूं बुझो ते हुक्म नूं जाणो। हुण सतगुरु कहिंदे भी जदों जीव मोया नूं रोंदे ते उहनां नूं ये नहीं पता भी गांह हो गया ते गया कित्थे। अगे अगली उन्हां नूं कोई खबर नहीं, तो ये नहीं पता भी जी असीं रोने आ ते असीं किहड़ा इत्थे बैठे रहना सदा, असीं भी चले जाण। सतगुरु फरमाउंदे अगली किछ खबर ना पाई, रोवण हार भी उठ सिधाई।
ਵੀ ਅੱਗੇ ਦੀ ਤਾਂ ਕੋਈ ਖਬਰ ਨਹੀਂ ਲਈ, ਅੱਗੇ ਤਾਂ ਭੇਤ ਨਹੀਂ ਵੀ ਜਾਣਾ ਕਿੱਥੇ। ਤੇ ਜਿਹਨੂੰ ਰੋਂਦੇ ਤੇ ਜਿਹੜੇ ਰੋਂਦੇ ਬਾਅਦ ਚੋਂ ਉਹਨਾਂ ਨੇ ਵੀ ਚਲੇ ਜਾਣਾ। ਔਰ ਇਸ ਵਾਸਤੇ ਸਾਨੂੰ ਸਮਝਾਉਂਦੇ ਵੀ ਇਹ ਇੱਕ ਖੇਲ ਹੈ ਪਰਮਾਤਮਾ ਦਾ। ਜੋ ਵੀ ਜੀਵ ਆਇਆ ਹੈ ਉਹਨੇ ਇੱਥੋਂ ਵਾਪਸ ਜਾਣਾ ਹੀ ਜਾਣਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ। ਇਹ ਸੰਸਾਰ ਦੇ ਵਿੱਚ ਕੋਈ ਵੀ ਜੀਵ ਸਦਾ ਰਹਿਣ ਵਾਲਾ ਨਹੀਂ। ਭਗਤ ਜਨ ਆਏ, ਗੁਰੂ ਸਾਹਿਬ ਆਏ ਸਮੇਂ ਸਮੇਂ ਮੁਤਾਬਕ। ਇਹ ਜਿਹੜਾ ਸਰੀਰ ਹੈ ਇਹ ਸਾਨੂੰ ਛੱਡਣਾ ਹੀ ਪੈਂਦਾ। ਔਰ ਇਸ ਵਾਸਤੇ ਸਮਝਾਉਂਦੇ ਵੀ ਜਿਹੜਾ ਇਹ ਸਰੀਰ ਸਾਨੂੰ ਮਿਲਿਆ ਇਹਦੇ ਵਿੱਚ ਸਾਨੂੰ ਗਿਣਤੀ ਦਾ ਸਮਾਂ, ਸਵਾਸਾਂ ਦਾ ਧਨ ਦਿੱਤਾ ਹੋਇਆ, ਜਿਹਦੇ ਵਿੱਚ ਇੱਕ ਤਿਲ ਭਰ ਵੀ ਵਾਧਾ ਘਟਦਾ ਨਹੀਂ। ਮਾਰੇ ਫਰਮਾਉਂਦੇ ਗਣ ਘਾਲੇ ਸਭ ਦਿਵਸਾਸ, ਨਹਿ ਬੜਨ ਘੜਨ ਤਿਲ ਸਾਰ। ਬਈ ਇੱਕ ਤਿਲ ਮਾਤਰ ਵੀ ਇਹਨਾਂ ਦੇ ਵਿੱਚ ਵਧਣਾ ਘਟਣਾ ਨਹੀਂ। ਬਈ ਜਿੰਨੇ ਦਿੱਤੇ ਨੇ ਜਦੋਂ ਖਤਮ ਹੋ ਗਏ ਸਾਨੂੰ ਇੱਥੋਂ ਜਾਣਾ ਹੀ ਪੈਣਾ ਵਾਪਸ। ਹੁਣ ਆਪਾਂ ਨੂੰ ਕਹਿੰਦੇ ਵੀ ਜਾਣਾ ਕਿੱਥੇ ਹੈ। ਇਹ ਹੁਣ ਅਸੀਂ ਸਤਿਗੁਰਾਂ ਪਾਸੋਂ ਭੇਤ ਲੈਣਾ ਹੁੰਦਾ। ਇਹ ਭੇਤ ਲੈ ਕੇ ਅਸੀਂ ਜਿਉਂਦੇ ਜੀ ਉੱਥੇ ਜਾਣ ਆਉਣ ਬਣਾਉਣਾ ਜਿੱਥੇ ਅਸੀਂ ਮਰਨ ਤੋਂ ਬਾਅਦ ਜਾਣਾ। ਮਾਰੇ ਕਹਿੰਦੇ ਮੋਇਆਂ ਜਿੱਤ ਘਰ ਜਾਈਏ ਤਿਤ ਜੀਵਤ ਅਮਰ ਮਾਰ। ਬਈ ਜਿੱਥੇ ਮਰ ਕੇ ਜਾਈਦਾ ਜਿਉਂਦੇ ਜੀ ਉੱਥੇ ਪਹਿਲਾਂ ਪਹੁੰਚ। ਔਰ ਪਹਿਲਾਂ ਪਹੁੰਚਣ ਵਾਸਤੇ ਸਾਨੂੰ ਜਿਉਂਦੇ ਜੀ ਮਰਨਾ ਪੈਣਾ, ਸਾਨੂੰ ਆਪਣਾ ਆਪਾ ਮਾਰਨਾ ਪੈਣਾ। ਹੁਣ ਇਹਦੇ ਵਾਸਤੇ ਆਪਾ ਮਾਰਨ ਲਈ ਸਾਨੂੰ ਗੁਰੂ ਦੀ ਮੱਤ ਲੈਣੀ ਪੈਂਦੀ, ਆਪਦੀ ਮੱਤ ਛੱਡਣੀ ਪੈਂਦੀ। ਜੇ ਅਸੀਂ ਆਪਦੀ ਮੱਤ ਵਰਤਾਂਗੇ ਤੇ ਆਪਣਾ ਆਪਾਂ ਮਰ ਹੀ ਨਹੀਂ ਸਕਦੇ। ਗੁਰੂ ਦੀ ਮੱਤ ਦੁਆਰਾ ਅਸੀਂ ਆਪਣਾ ਆਪਾ ਮਾਰਨਾ। ਤਾਈਓ ਪਹਿਲਾਂ ਸ਼ਰਤ ਹੀ ਇਹ ਰੱਖੀ ਗੁਰੂ ਨਾਨਕ ਦੇ ਘਰ ਨੇ, ਬਈ ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਪਹਿਲਾਂ ਜਿਹੜਾ ਮਰਨ ਹੈ ਉਹ ਕਬੂਲ ਕਰੋ, ਜਿਉਣ ਦੀ ਆਸਾਂ ਛੱਡੋ। ਇਹ ਮਨ ਨੂੰ ਇੰਨਾ ਨੀਵਾਂ ਕਰ ਲਓ ਵੀ ਸਭ ਦੀ ਰੇਣ ਹੋ ਜੀ, ਫਿਰ ਅਸੀਂ ਮਾਲਕ ਕੋਲ ਜਾ ਸਕਦੇ, ਫਿਰ ਆਪਦੇ ਘਰ ਜਾ ਸਕਦੇ। ਮਾਰੇ ਫਰਮਾਉਂਦੇ ਪਹਿਲਾਂ ਮਰਨ ਕਬੂਲ ਕਰ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਵੀ ਮਨ ਕਰਕੇ ਸਾਨੂੰ ਆਪਣਾ ਆਪਾ ਮਾਰਨਾ ਪੈਣਾ। ਹੁਣ ਤਾਈਆਂ ਫਿਰ ਸਮਝਾਉਂਦੇ ਵੀ ਇਹ ਜਿਹੜੀ ਕਸਵੱਟੀ ਰਾਮ ਦੀ ਵਾਹਿਗੁਰੂ ਦੀ, ਇੱਥੇ ਜਿਹੜਾ ਝੂਠਾ ਉਹ ਨਹੀਂ ਟਿਕ ਸਕਦਾ। ਰਾਮ ਦੀ ਵਾਹਿਗੁਰੂ ਦੀ ਕਸਵੱਟੀ ਉਹੀਓ ਸਹਿ ਸਕਦਾ ਜਿਹੜਾ ਜਿਉਂਦੇ ਜੀ ਮਰ ਗਿਆ। ਮਾਰੇ ਤਾਈਓ ਫਰਮਾਉਂਦੇ ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਈ, ਰਾਮ ਕਸਵੱਟੀ ਸੋ ਸਹੇ ਜੋ ਮਰ ਜੀਵਾ ਹੋਏ। ਜਿਨ੍ਹਾਂ ਨੇ ਜਿਉਂਦੇ ਜੀ ਮਰਨਾ ਸਿੱਖੇ ਉਹ ਕਸਵੱਟੀ ਸਹਿੰਦੇ। ਝੂਠਾ ਜਿਹੜਾ ਉਹ ਇਸ ਮਾਰਗ ਦੇ ਉੱਤੇ ਚੱਲ ਨਹੀਂ ਸਕਦਾ। ਇਹਨੂੰ ਸੰਤ ਮਾਰਗ ਕਹਿੰਦੇ, ਲਿਵ ਦਾ ਰਸਤਾ, ਪ੍ਰੇਮ ਦਾ ਮਾਰਗ। ਸੰਤ ਮਾਰਗ ਦੇ ਉੱਤੇ ਆਪਣਾ ਆਪਾ ਵਾਰਨਾ ਹੁੰਦਾ, ਆਪਣਾ ਆਪਾ ਕੁਰਬਾਨ ਕਰ। ਤੇ ਉਹਦੇ ਵਾਸਤੇ ਆਪਣਾ ਆਪਾ ਮਾਰਨ ਲਈ ਸਾਨੂੰ ਸ਼ਬਦ ਦੀ ਕਮਾਈ ਕਰਨੀ ਪੈਂਦੀ, ਸਿਮਰਨ ਕਰਨਾ ਪੈਂਦਾ। ਤੇ ਗੁਰੂ ਦੀ ਮੱਤ ਹੈ ਜਿਹੜੀ ਉਹ ਦ੍ਰਿੜ ਕਰਨੀ ਪੈਂਦੀ। ਫਿਰ ਆਪਣਾ ਆਪਾ ਮਰਦਾ, ਫਿਰ ਆਪਣਾ ਆਪਾ ਖਤਮ ਹੁੰਦਾ। ਹੁਣ ਇਹ ਇਸ ਲਈ ਮਾਰੇ ਕਹਿੰਦੇ ਵੀ ਇਹ ਜਿਹੜਾ ਮਨ ਭੱਜਿਆ ਫਿਰਦਾ ਹੈ, ਅਸੀਂ ਕਹਿੰਦੇ ਸਾਡਾ ਮਨ ਨਹੀਂ ਟਿਕਦਾ। ਅਸੀਂ ਗੁਰਬਾਣੀ ਪੜ੍ਹਦੇ ਹਾਂ,
ਤਾਂ ਸਾਡਾ ਮਨ ਨਹੀਂ ਟਿਕਦਾ, ਮਨ ਭੱਜਿਆ ਫਿਰਦਾ। ਹੁਣ ਇਹ ਮਨ ਹੈ ਜਿਹੜਾ ਕਿਵੇਂ ਵਸ ਵਿੱਚ ਆਵੇ, ਕਿਵੇਂ ਟਿਕੇ, ਉਹਦੇ ਵਾਸਤੇ ਸਿਮਰਨ ਤੇ ਗੁਰੂ ਦੀ ਮੱਤ। ਮਾਰੇ ਫਰਮਾਉਂਦੇ ਮਨੂਆ ਕਿਉਂ ਕਰ ਵਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਬਈ ਇਹ ਮਨ ਜਿਹੜਾ ਦੌੜਿਆ ਫਿਰਦਾ, ਭੱਜਿਆ ਫਿਰਦਾ, ਕਿਵੇਂ ਵਸ ਵਿੱਚ ਆਵੇ। ਸਤਿਗੁਰੂ ਕਹਿੰਦੇ ਵੀ ਇਹਨੂੰ ਗਿਆਨ ਦੀ ਮੱਤ ਦੇ ਕੇ ਅਸੀਂ ਘਰੇ ਲਿਜਾ ਸਕਦੇ, ਗੁਰੂ ਦੀ ਮੱਤ ਦੁਆਰਾ ਇਹਨੂੰ ਘਰ ਲਿਜਾ ਸਕਦੇ, ਉਹਦਾ ਜਾਂਦਾ ਨਹੀਂ। ਹੁਣ ਗੁਰੂ ਦੀ ਮੱਤ ਦੁਆਰਾ ਹੀ ਅਸੀਂ ਇਹਨੂੰ ਰੋਕ ਸਕਦੇ, ਗਿਆਨ ਦੁਆਰਾ ਅਸੀਂ ਇਹਨੂੰ ਬੰਨ੍ਹ ਸਕਦੇ ਹਾਂ। ਉਹਦਾ ਇਹ ਭੱਜਿਆ ਹੀ ਫਿਰੇਗਾ, ਰੁਕੇਗਾ ਹੀ ਨਹੀਂ। ਹੁਣ ਇਹ ਗਿਆਨ ਵੀ ਸਾਨੂੰ ਗੁਰੂ ਤੋਂ ਬਿਨਾਂ ਹੁੰਦਾ ਨਹੀਂ। ਮਾਰੇ ਤਾਈਓ ਸਾਨੂੰ ਫਰਮਾਉਂਦੇ ਕੁੰਭੇ ਬੱਧਾ ਜਲ ਰਹੀ, ਜਲ ਬਿਨ ਕੁੰਭ ਨਾ ਹੋਈ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਈ। ਬਈ ਗਿਆਨ ਦਾ ਬੱਧਾ ਹੋਇਆ ਮਨ ਇੱਕ ਥਾਂ ਤੇ ਰੁਕ ਜਾਂਦਾ, ਭੱਜਣੋਂ ਹਟ ਜਾਂਦਾ। ਪਰ ਗੁਰੂ ਤੋਂ ਬਿਨਾਂ ਸਾਨੂੰ ਇਹ ਗਿਆਨ ਨਹੀਂ ਹੁੰਦਾ, ਕਿਉਂਕਿ ਇਹ ਗਿਆਨ ਗੱਲਾਂ ਨਾਲ ਨਹੀਂ ਮਿਲਦਾ। ਇਹ ਗਿਆਨ ਲੈਣ ਵਾਸਤੇ ਵੀ ਸਾਨੂੰ ਆਪਣੀ ਮੱਤ ਛੱਡਣੀ ਪੈਂਦੀ, ਗੁਰੂ ਦੀ ਮੱਤ ਧਾਰਨ ਕਰਨੀ ਪੈਂਦੀ। ਮਹਾਰਾਜ ਇਸ ਲਈ ਫਰਮਾਉਂਦੇ ਗਿਆਨ ਨਾ ਗੱਲੀ ਢੂੰਡੀਏ, ਕਥਨਾ ਕਰੜਾ ਸਾਠ। ਵੀ ਗਿਆਨ ਹੈ ਜਿਹੜਾ ਇਹ ਗੱਲਾਂ ਬਾਤਾਂ ਨਾਲ ਨਹੀਂ ਮਿਲਦਾ, ਉਹਦੇ ਵਾਸਤੇ ਆਪਣਾ ਆਪਾਂ ਗੁਰੂ ਨੂੰ ਸਮਰਪਣ ਕਰਨਾ ਪੈਂਦਾ। ਜੇ ਅਸੀਂ ਆਪਦੀ ਮੱਤ ਵਰਤਾਂਗੇ, ਸਾਡਾ ਜਿਹੜਾ ਗਿਆਨ ਉਹ ਵੈਰ ਵਿਰੋਧ ਵਾਲਾ ਹੀ ਹੋਏਗਾ, ਉਹ ਈਰਖਾ ਨਫ਼ਰਤ ਵਾਲਾ ਹੀ ਹੋਏਗਾ। ਉਹ ਜਿਹੜਾ ਗਿਆਨ ਹੋਏਗਾ ਉਹ ਸਾਨੂੰ ਸੁੱਖ ਨਹੀਂ ਦੇਵੇਗਾ, ਅਸੀਂ ਹੋਰ ਦੁਖੀ ਤੇ ਹੋਰ ਅਸ਼ਾਂਤ ਹੋ ਜਾਵਾਂਗੇ। ਅੱਗੇ ਗਿਆਨ ਤਾਂ ਉਹ ਹੁੰਦਾ ਜਿਹੜਾ ਸਾਨੂੰ ਸੁੱਖ ਦੇਵੇ, ਜਿਹੜਾ ਸਾਡੇ ਮਨ ਨੂੰ ਸਹਿਜ ਵਿੱਚ ਲੈ ਜਾਵੇ। ਜਿਹੜਾ ਗਿਆਨ ਸਾਨੂੰ ਸਤਿਗੁਰੂ ਬਖਸ਼ਿਸ਼ ਕਰਦੇ ਬ੍ਰਹਮ ਦਾ ਗਿਆਨ ਹੈ, ਜੇ ਗਿਆਨ ਸਾਨੂੰ ਹੋ ਜਾਏਗਾ, ਸਾਨੂੰ ਨਿਸ਼ਾਨੀ ਦੱਸ, ਸਾਡੇ ਮਨ ਨੇ ਠੰਡਾ ਹੋ ਜਾਣਾ, ਸੀਤਲ ਹੋ ਜਾਣਾ। ਜਿਹੜੀ ਦੁਰਮਤ ਦੀ ਅਗਨ ਸਾਰੇ ਜੱਗ ਨੂੰ ਸਾੜ ਰਹੀ, ਆਪਣੇ ਮਨ ਨੂੰ ਪਾਣੀ ਵਰਗੀ ਠੰਡੀ ਲੱਗੇਗੀ, ਸਾਨੂੰ ਨਹੀਂ ਸਾੜ ਸਕਦੀ। ਜਿਨ੍ਹਾਂ ਨੂੰ ਕਹਿੰਦੇ ਬ੍ਰਹਮ ਦਾ ਗਿਆਨ ਹੋ ਗਿਆ। ਹੁਣ ਆਪਾਂ ਜਦੋਂ ਪੁੱਛਦੇ, ਬਾਬਾ ਕਬੀਰ ਜੀ ਕਹਿੰਦੇ ਵੀ ਸਾਰਾ ਜੱਗ ਜਿਹੜਾ ਦੁਰਮਤ ਦੀ ਅਗਨ 'ਚ ਸੜ ਰਿਹਾ, ਸਾਡਾ ਮਨ ਹੈ ਜਿਹੜਾ ਕਹਿੰਦੇ ਸੀਤਲ ਹੈ, ਠੰਡਾ ਹੈ। ਆਪਾਂ ਉਹਨਾਂ ਨੂੰ ਪੁੱਛਦੇ ਵੀ ਤੁਹਾਨੂੰ ਕਾਹਤੋਂ ਨਹੀਂ ਸਾੜਦੀ ਅਗਨ ਜਦੋਂ ਸਭ ਨੂੰ ਸਾੜਦੀ? ਉਹ ਕਹਿੰਦੇ ਸਾਨੂੰ ਤਾਂ ਨਹੀਂ ਸਾੜਦੀ ਕਿਉਂਕਿ ਸਾਨੂੰ ਬ੍ਰਹਮ ਦਾ ਗਿਆਨ ਹੋ ਗਿਆ। ਮਹਾਰਾਜ ਫਰਮਾਉਂਦੇ ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ। ਜਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਐਸਾ ਗਿਆਨ ਹੈ ਸਤਿਗੁਰੂ ਜੋ ਸਾਨੂੰ ਬਖਸ਼ਿਸ਼ ਕਰਦੇ, ਜੇ ਅਸੀਂ ਲੈ ਲਾਂਗੇ ਤੇ ਸਾਡੇ ਮਨ ਠੰਡੇ ਹੋ ਜਾਣਗੇ। ਹੁਣ ਜੇ ਅੱਜ ਸਾਡੇ ਮਨ ਠੰਡੇ ਨਹੀਂ, ਇਹਦਾ ਕਾਰਨ ਸਾਨੂੰ ਗੁਰੂ ਨਾਨਕ ਦਾ ਘਰ ਹੀ ਦੱਸਦਾ ਹੈ ਬਈ ਜੋ ਅਸੀਂ ਗੁਰੂ ਘਰ ਆ ਕੇ ਲੈਣਾ ਸੀ ਉਹ ਅਸੀਂ ਸਤਿਗੁਰਾਂ ਤੋਂ ਲਿਆ ਹੀ ਨਹੀਂ। ਜੋ ਅਸੀਂ ਸਿੱਖਿਆ ਲੈਣੀ ਸੀ, ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਸੀ, ਅਸੀਂ ਉਹ ਉਪਦੇਸ਼ ਨੂੰ ਸੁਣਿਆ ਹੀ ਨਹੀਂ। ਸਾਨੂੰ ਸਮਝ ਹੀ ਨਹੀਂ ਲੱਗੀ ਵੀ ਸਾਨੂੰ ਕੀ ਸਤਿਗੁਰੂ ਕਹਿਣਾ ਚਾਹੁੰਦੇ, ਕੀ ਸਾਨੂੰ ਸਮਝਾਉਣਾ ਚਾਹੁੰਦੇ। ਜਦੋਂ ਅਸੀਂ ਨਹੀਂ ਸਮਝਾਂਗੇ ਤੇ ਸਾਨੂੰ ਗਿਆਨ ਕਿੱਥੋਂ ਹੋਏਗਾ? ਹੁਣ ਇਹ ਜਿੰਨੇ ਵੀ ਗੁਰੂ ਘਰ ਨੇ, ਸਤਿਗੁਰੂ ਕਹਿੰਦੇ ਮੇਰੇ ਸਕੂਲ ਨੇ, ਸਕੂਲਾਂ ਦੇ ਵਿੱਚ ਪੜ੍ਹਾਈ ਹੁੰਦੀ, ਵਿੱਦਿਆ ਪੜ੍ਹਾਈ ਜਾਂਦੀ। ਹੁਣ ਜੇ ਬੱਚਾ ਸਕੂਲ 'ਚ ਜਾਵੇ ਹੀ ਨਾ ਤੇ ਉਹਨੂੰ ਪੜ੍ਹਾਈ ਨਹੀਂ ਆ ਸਕਦੀ। ਜੇ ਹੁਣ ਉਹ ਜਾਵੇ ਵੀ ਤੇ ਜਾ ਕੇ ਸਕੂਲ ਨੂੰ ਮੱਥਾ ਟੇਕ ਕੇ ਵਾਪਸ ਆ ਜਾਵੇ ਤੇ ਉਹ ਤਾਂ ਵੀ ਨਹੀਂ ਪਾਸ ਹੋ ਸਕਦਾ, ਤਾਂ ਵੀ ਨਹੀਂ ਉਹਨੂੰ ਪੜ੍ਹਾਈ ਆ ਸਕਦੀ। ਉਹਨੂੰ
ਪੜ੍ਹਾਈ ਤਾਂ ਫੇਰ ਆਉਣੀ ਜੇ ਉਹ ਸਕੂਲ 'ਚ ਜਾ ਕੇ ਬੈਠੇਗਾ, ਜੋ ਟੀਚਰ ਪੜ੍ਹਾ ਰਹੇ ਉਹਨੂੰ ਸੁਣੇਗਾ ਤੇ ਫੇਰ ਹੀ ਉਹਨੂੰ ਪੜ੍ਹਾਈ ਆਉਣੀ। ਹੁਣ ਇਸੇ ਤਰ੍ਹਾਂ ਹੀ ਗੁਰਬਾਣੀ ਗੁਰੂ ਸਾਨੂੰ ਦੱਸਦੇ ਵੀ ਇਹ ਸਤ ਸੰਗਤ ਮੇਰਾ ਸਕੂਲ ਹੈ, ਜਿੱਥੇ ਆ ਕੇ ਅਸੀਂ ਸਿੱਖਾਂ ਨੇ ਸਿੱਖਿਆ ਲੈਣੀ, ਬ੍ਰਹਮ ਦਾ ਗਿਆਨ ਲੈਣਾ। ਮਾਰੇ ਫਰਮਾਉਂਦੇ ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾਂ। ਇਹ ਸਤ ਸੰਗਤ ਸਤਿਗੁਰ ਦਾ ਸਕੂਲ ਹੈ, ਜਿੱਥੇ ਆ ਕੇ ਅਸੀਂ ਇਹ ਸਿੱਖਿਆ ਲੈਣੀ, ਅਸੀਂ ਸਿੱਖਣਾ। ਹੁਣ ਮਾਰੇ ਕਹਿੰਦੇ ਵੀ ਜੇ ਅਸੀਂ ਸਤਸੰਗ ਚਾਹਾਂਗੇ ਹੀ ਨਹੀਂ ਤੇ ਅਸੀਂ ਸਿੱਖਾਂਗੇ। ਹੁਣ ਜੇ ਅੱਜ ਸਾਡੇ ਮਨ ਦੁਖੀ ਨੇ, ਅਸ਼ਾਂਤ ਨੇ, ਤੇ ਸਾਨੂੰ ਫਿਰ ਇਹੋ ਸਮਝਾਉਣ ਸੀ ਬਈ ਅਸੀਂ ਸਤਸੰਗ ਤਾਂ ਕੀਤੀ ਨਹੀਂ ਤੇ ਤਾਂਹੀਓ ਸਾਡੇ ਮਨ ਦੁਖੀ ਨੇ, ਅਸੀਂ ਗੁਰਬਾਣੀ ਗੁਰੂ ਨੂੰ ਮੰਨਿਆ ਨਹੀਂ, ਤਾਂ ਕਰਕੇ ਸਾਡੇ ਮਨ ਦੁਰਮਤ ਦੀ ਅਗਨ ਦੇ ਵਿੱਚ ਜਲਦੇ ਪਏ ਨੇ, ਸੜਦੇ ਪਏ ਨੇ ਵੈਰ ਵਿਰੋਧ ਦੇ ਵਿੱਚ। ਹੁਣ ਜੋ ਸਾਨੂੰ ਗੁਰਬਾਣੀ ਗੁਰੂ ਰਸਤਾ ਦੱਸ ਰਹੇ ਉਹ ਪ੍ਰੇਮ ਦਾ ਮਾਰਗ, ਪ੍ਰੇਮ ਦਾ ਰਸਤਾ, ਸੰਤ ਮਾਰਗ। ਜਿਹੜਾ ਰਸਤਾ ਅਸੀਂ ਭੁੱਲ ਚੁੱਕੇ ਹਾਂ, ਜਿਹੜਾ ਰਸਤਾ ਅਸੀਂ ਛੱਡ ਚੁੱਕੇ, ਮਾਰੇ ਫਰਮਾਉਂਦੇ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੇ ਗਵਾਰ। ਜਿਹੜਾ ਰਸਤਾ ਅਸੀਂ ਭੁੱਲ ਗਏ, ਵਾਰ-ਵਾਰ ਸਾਨੂੰ ਗੁਰਬਾਣੀ ਗੁਰੂ ਵਿੱਚ ਉਹ ਸਮਝਾਇਆ ਕਿ ਸਾਨੂੰ ਵਾਰ-ਵਾਰ ਇਹ ਗੱਲ ਦੱਸੀ ਗਈ ਵੀ ਜੇ ਤੁਸੀਂ ਬੈਰ ਵਿਰੋਧ ਵਾਲੇ ਰਸਤੇ 'ਤੇ ਚੱਲੋਗੇ, ਇਹਨੂੰ ਧਾਤ ਦਾ ਰਸਤਾ ਕਹਿੰਦੇ, ਅੱਗੇ ਜੂਨਾਂ 'ਚ ਜਾਂਦਾ ਹੈ, ਤੁਸੀਂ ਇੱਥੇ ਵੀ ਦੁਖੀ ਰਹੋਗੇ ਤੇ ਵਾਪਸ ਫੇਰ ਤੁਸੀਂ ਅੱਗੇ ਜੂਨਾਂ 'ਚ ਜਾਓਗੇ। ਅੱਗੇ ਇਹ ਸਾਰਾ ਕੁਛ ਤਾਂ ਅਸੀਂ ਪਹਿਲਾਂ ਵੀ ਕਰਦੇ ਰਹੇ, ਬੈਰ ਵਿਰੋਧ, ਕਾਮ ਕ੍ਰੋਧ ਮੋਹ, ਝੂਠ ਬੇਕਾਰ ਮਹਾ ਲੋਭ ਤਰੋ, ਇਹ ਆਹੂੰ ਜੁਗਤ ਬਿਹਾਨੇ ਕਈ ਜਨ। ਬਈ ਇਹ ਜੁਗਤ ਹੀ ਅਪਣਾਉਂਦੇ ਕਰਕੇ ਹੀ ਤਾਂ ਅਸੀਂ ਜਨਮ ਦਰ ਜਨਮ ਗਾਂਧੀਆਂ ਤੁਰੇ ਆ ਰਹੇ ਜੂਨਾਂ 'ਚ। ਜੇ ਅਸੀਂ ਹੁਣ ਵੀ ਇਹੋ ਜੁਗਤੀ ਤਰੀਕਾ ਅਪਣਾਏ ਬੈਰ ਵਿਰੋਧ ਵਾਲਾ, ਤੇ ਅਸੀਂ ਫਿਰ ਅੱਗੇ ਜੂਨਾਂ 'ਚ ਜਾਵਾਂਗੇ। ਇਸ ਵਾਸਤੇ ਸਤਿਗੁਰੂ ਸਾਨੂੰ ਸਮਝਾਉਂਦੇ ਬਈ ਤੁਸੀਂ ਇਹ ਰਸਤਾ ਛੱਡ ਕੇ ਤੁਸੀਂ ਸੰਤ ਮਾਰਗ ਦੇ ਉੱਤੇ ਚੱਲੋ। ਜੋ ਗੁਰਬਾਣੀ ਗੁਰੂ ਸਾਨੂੰ ਰਸਤਾ ਦੱਸ ਰਹੇ ਤੁਸੀਂ ਉਹਦੇ 'ਤੇ ਚੱਲੋ। ਮਾਰੇ ਫਰਮਾਉਂਦੇ ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਹੁਣ ਸਾਨੂੰ ਵਾਰ-ਵਾਰ ਇਹੋ ਸਮਝਾਉਂਦੇ ਵੀ ਤੁਸੀਂ ਪਰਦੇਸ ਵਿੱਚ ਆਏ ਹੋ, ਇਹਨੂੰ ਬਗਾਨਾ ਦੇਸ਼ ਕਹਿੰਦੇ, ਕਾਲ ਦਾ ਦੇਸ਼ ਕਹਿੰਦੇ। ਹੁਣ ਅਸੀਂ ਸਾਰੇ ਇੱਥੇ ਪਰਦੇਸੀ ਹਾਂ, ਇਹ ਸਾਡਾ ਦੇਸ਼ ਨਹੀਂ। ਹੁਣ ਆਪਣਾ ਜਿਹੜਾ ਦੇਸ਼ ਜਿੱਥੇ ਦੇ ਆਪਾਂ ਰਹਿਣ ਵਾਲੇ, ਉਹਨੂੰ ਦਰਗਾਹ ਕਹਿੰਦੇ, ਉਹਨੂੰ ਪਰਲੋਕ ਕਹਿੰਦੇ, ਉਹਨੂੰ ਅਵਚਲ ਨਗਰ ਬੇਗਮਪੁਰੇ ਸ਼ਹਿਰ ਦਾ ਨਾਮ ਦਿੱਤਾ, ਜਿੱਥੇ ਕੋਈ ਗਮ ਨਹੀਂ, ਜਿੱਥੇ ਕੋਈ ਚਿੰਤਾ, ਜਿੱਥੇ ਕੋਈ ਫਿਕਰ ਨਹੀਂ। ਹੁਣ ਇਹ ਕਾਲ ਦਾ ਦੇਸ਼ ਹੈ, ਇਹਨੂੰ ਵਿਚਾਰਾਂ ਦਾ ਦੇਸ਼ ਕਹਿੰਦੇ, ਹਰਨਿਆਂ ਦਾ ਦੇਸ਼ ਕਹਿੰਦੇ, ਇਹਨੂੰ ਪਰਦੇਸ ਕਹਿੰਦੇ। ਹੁਣ ਪਰਦੇਸ ਦੇ ਵਿੱਚ, ਇਸ ਮਾਤ ਲੋਕ ਦੇ ਵਿੱਚ ਜਦੋਂ ਅਸੀਂ ਆਉਂਦੇ, ਸਾਨੂੰ ਭੇਜਣ ਤੋਂ ਪਹਿਲਾਂ ਹੀ ਸਮਝਾਇਆ ਜਾਂਦਾ ਵੀ ਉਹ ਮਿਰਤ ਮੰਡਲ ਹੈ, ਉੱਥੇ ਤੁਸੀਂ ਸਦਾ ਨਹੀਂ ਰਹਿ ਸਕਦੇ। ਸਵੇਰੇ ਜਾਣਾ ਹੈ ਤੇ ਰਾਤ ਨੂੰ ਵਾਪਸ ਮੁੜੇ ਆਉਣਾ, ਰੋਜ਼ ਦੀ ਰੋਜ਼ ਦਾ ਖੇਲ ਹੈ। ਇਹ ਇੱਕ ਦਿਨ ਤੁਹਾਡਾ ਜਦੋਂ ਸਮਾਂ ਖਤਮ ਹੋ ਗਿਆ, ਤੁਸੀਂ ਪੱਕੇ ਉਹ ਘਰ ਨੂੰ ਛੱਡ ਕੇ ਆਪਦੇ ਦੇਸ਼ ਵਾਪਸ ਆ ਜਾਣ। ਹੁਣ ਆਪਾਂ ਨੂੰ ਸਮਝਾਉਂਦੇ ਵੀ ਇਹ ਖੇਲ ਹੈ, ਰੋਜ਼ ਦੀ ਰੋਜ਼ ਸਵੇਰੇ ਆਏ ਤੇ ਰਾਤ ਪਈ ਤੇ ਆਪਦੇ ਘਰ ਨੂੰ ਵਾਪਸ ਮੁੜਨਾ। ਮਹਾਰਾਜ ਸਾਨੂੰ ਰੋਜ਼ ਹੀ ਸਮਝਾਉਂਦੇ, ਦਿਵਸ ਰਾਤ ਦੋਇ ਦਾਈ ਦਾਇਆ, ਖੇਲੇ ਸਗਲ ਜਗਤ। ਬਈ ਸਾਰਾ ਜਗਤ ਇਹ ਖੇਲ ਦੇ ਵਿੱਚ ਖੇਲ ਰਿਹਾ ਤੇ ਆਪਾਂ ਵੀ ਆ ਚੁੱਕੇ।
ਹੁਣ ਇੱਥੇ ਅਸੀਂ ਮਿਰਤ ਮੰਡਲ 'ਚ ਆ ਤਾਂ ਗਏ, ਤੇ ਭੇਜਣ ਤੋਂ ਪਹਿਲਾਂ ਸਾਤੋਂ ਪਹਿਲਾਂ ਮਰਨ ਲਿਖਾ ਲਿਆ ਕਿ ਵੀ ਤੁਸੀਂ ਉੱਥੇ ਜਾ ਕੇ ਜੇ ਆਖੋ ਵੀ ਸਾਡੀ ਉਮਰ ਵਧਾ ਦਿਓ, ਵਧੇਗੀ ਨਹੀਂ। ਤੁਸੀਂ ਆਖੋ ਘਟਾ ਦਿਓ, ਘਟੇਗੀ ਨਹੀਂ। ਇਹ ਗਿਣਤੀ ਦਾ ਸਮਾਂ ਸਵਾਸਾਂ ਦਾ ਘਟੇ ਵਧੇਗਾ ਨਹੀਂ। ਹੁਣ ਪਹਿਲਾਂ ਹੀ ਸਾਤੋਂ ਮਰਨ ਲਿਖਾ ਕੇ ਫਿਰ ਇਸ ਲੋਕ 'ਚ ਭੇਜਿਆ ਜਾਂਦਾ। ਮਾਰੇ ਫਰਮਾਉਂਦੇ ਮਰਨ ਲਿਖਾਏ ਮੰਡਲ ਮੇ ਆਏ, ਜਨਮ ਪਦਾਰਥ ਦੁਬਦਾ ਖੋਵੇ, ਆਪ ਨ ਚੀਨਸ ਭਰਮ ਭਰਮ ਰੋਵੇ। ਹੁਣ ਇੱਧਰ ਆ ਤਾਂ ਗਏ, ਆ ਕੇ ਦੁਬਦਾ 'ਚ ਪੈ ਕੇ ਇੱਕ ਦੂਸਰੇ ਨਾਲ ਵੈਰ ਵਿਰੋਧ, ਈਰਖਾ, ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਤੇ ਮਾਰੇ ਕਹਿੰਦੇ ਆਪਣਾ ਆਪਾਂ ਨਾ ਚੀਨੇ ਹਾਂ, ਦੁਬਦਾ 'ਚ ਹੀ ਪਏ ਰਹੇ, ਤੇ ਫਿਰ ਸਾਨੂੰ ਰੋਣਾ ਪੈਣਾ, ਫਿਰ ਅਸੀਂ ਵਾਪਸ ਚਲੇ ਜਾਵਾਂਗੇ ਜੂਨਾਂ 'ਚ। ਹੁਣ ਆਵਾਂ ਨੂੰ ਇਸ ਲਈ ਸਾਵਧਾਨ ਕਰਦੇ ਪਹਿਲਾਂ ਹੀ ਵੀ ਬਾਅਦ ਦੇ ਵਿੱਚ ਰੋਣ ਦੇ ਨਾਲੋਂ, ਪਛਤਾਉਣ ਦੇ ਨਾਲੋਂ ਬਈ ਤੁਸੀਂ ਦੁਬਦਾ ਦੇ ਵਿੱਚ ਪੈ ਕੇ ਤੁਸੀਂ ਮਰਨਾ ਨਾ ਭੁੱਲੋ, ਤੁਸੀਂ ਮਰਨਾ ਚੇਤੇ ਰੱਖੋ। ਬਈ ਅਸੀਂ ਇਸ ਮਿਰਤ ਮੰਡਲ 'ਚ ਆਏ ਹਾਂ ਤੇ ਅਸੀਂ ਇੱਥੇ ਸਦਾ ਨਹੀਂ ਰਹਿਣਾ। ਜੇ ਅਸੀਂ ਮਰਨਾ ਚੇਤੇ ਰੱਖਾਂਗੇ ਫਿਰ ਅਸੀਂ ਇੰਨਾ ਨਹੀਂ ਵੱਝਦੇ ਇਸ ਮਾਇਆ ਦੇ ਘਰ ਦੇ ਵਿੱਚ ਬਈ ਅਸੀਂ ਇੱਥੋਂ ਵਾਪਸ ਜਾ ਹੀ ਨਾ ਸਕੀ। ਮਾਰੇ ਫਰਮਾਉਂਦੇ ਜੇ ਜਾਣਾ ਮਰ ਜਾਈਏ, ਘੁੰਮ ਨਾ ਆਈਏ, ਝੂਠੀ ਦੁਨੀਆ ਲਾਗਣਾ ਆਪ ਵੰਝਾਈਏ। ਬਈ ਜੇ ਸਾਡਾ ਮਨ ਮੰਨ ਲਵੇ ਬਈ ਮੈਂ ਕਿਹੜਾ ਇੱਥੇ ਸਦਾ ਬੈਠਾ ਰਹਿਣਾ, ਮੇਰੇ ਝੂਠੀ ਦੁਨੀਆ ਦੇ ਨਾਲ ਇੰਨਾ ਨਹੀਂ ਵੱਜਦਾ ਬਈ ਇੱਥੋਂ ਜਾ ਹੀ ਨਾ ਸਕੇ ਵਾਪਸ। ਹੁਣ ਵੱਜਦਾ ਕਦੋਂ? ਜਦੋਂ ਇਹ ਮਰਨਾ ਭੁੱਲ ਜਾਂਦਾ। ਜਦੋਂ ਮਰਨਾ ਭੁੱਲਦਾ ਫਿਰ ਦੁਬਦਾ ਕਰਦਾ, ਫਿਰ ਵੈਰ ਵਿਰੋਧ ਕਰਦਾ। ਉਹ ਤਾਂ ਕਰਦਾ ਕਿਉਂਕਿ ਉਹਨੂੰ ਲੱਗਦਾ ਵੀ ਮੈਂ ਕਿਹੜਾ ਇੱਥੋਂ ਜਾਣਾ। ਜੇ ਸਾਨੂੰ ਮਰਨਾ ਚੇਤੇ ਹੋਵੇ ਫਿਰ ਅਸੀਂ ਕਦੇ ਕਿਸੇ ਦੀ ਨਿੰਦਿਆ ਨਾ ਕਰੀਏ। ਜੇ ਸਾਨੂੰ ਮਰਨਾ ਚੇਤੇ ਹੋਵੇ ਅਸੀਂ ਕਦੇ ਕਿਸੇ ਨਾਲ ਲੜਾਈ ਝਗੜਾ ਨਾ ਕਰੀਏ, ਕਿਸੇ ਨਾਲ ਈਰਖਾ ਨਾ ਕਰੀਏ, ਨਫ਼ਰਤ ਨਾ ਕਰੀਏ। ਹੁਣ ਐਸਾ ਸਾਨੂੰ ਤ੍ਰਿਸ਼ਨਾ ਦਾ ਰੋਗ ਲੱਗਾ, ਜੀਵਾਂ ਨੇ ਮਰਨਾ ਹੀ ਵਿਸਾਰ ਛੱਡੇ। ਮਾਰੇ ਫਰਮਾਉਂਦੇ ਤ੍ਰਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰੇ। ਵੀ ਮਰਨਾ ਮਨੋਂ ਹੀ ਵਿਸਾਰ ਛੱਡੇ ਵੀ ਅਸੀਂ ਕਿਹੜਾ ਮਰਨਾ ਜੀ ਇੱਥੇ। ਤਾਈਓਂ ਤਾਂ ਵੈਰ ਵਿਰੋਧ ਕਰੀ ਜਾਓ, ਈਰਖਾ ਕਰੀ ਜਾਓ, ਨਫ਼ਰਤ ਕਰੀ ਜਾਓ। ਇਹ ਸਾਨੂੰ ਸਮਝਾਉਂਦੇ ਵੀ ਤੁਸੀਂ ਸਿੱਖਿਆ ਕੀ, ਵੀ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ ਉਹ ਗੁਰਬਾਣੀ ਗੁਰੂ ਤੋਂ ਤੁਸੀਂ ਸਿੱਖਿਆ ਕੀ ਲਈ, ਕੀ ਸਮਝੇ। ਜੇ ਹੁਣ ਕਿਸੇ ਨੂੰ ਪੁੱਛੋ ਵੀ ਤੁਸੀਂ ਰੋਜ਼ ਗੁਰਬਾਣੀ ਪੜ੍ਹਦੇ ਹੋ, ਤੁਸੀਂ ਕਹਿੰਦੇ ਹੋ ਅਸੀਂ ਗੁਰਮੁਖ। ਹੁਣ ਜਪਜੀ ਸਾਹਿਬ ਦੀ ਬਾਣੀ ਤਕਰੀਬਨ ਹਰੇਕ ਹੀ ਸਿੱਖ ਪੜ੍ਹਦਾ। ਹੁਣ ਇਹਦੇ ਵਿੱਚ ਹੀ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਬੜਾ ਖੁੱਲ੍ਹ ਕੇ ਭੇਜ ਦਿੱਤਾ ਵੀ ਨਾਮ ਕੀ ਹੈ। ਨਾਮ ਨੂੰ ਤੁਸੀਂ ਕਿੱਥੇ ਕਿੱਥੇ ਸੁਣ ਸਕਦੇ। ਜੇ ਜੀਵ ਨੂੰ ਪੁੱਛੀਏ ਵੀ ਨਾਮ ਕੀ, ਉਹ ਆ ਕੇ ਮੈਨੂੰ ਤਾਂ ਪਤਾ ਨਹੀਂ ਜੀ। 5 ਸ਼ਬਦ ਕੀ ਨੇ, ਕਿੱਥੇ ਵੱਜਦੇ ਨੇ ਤੇ ਕਿਵੇਂ ਅਸੀਂ ਸੁਣ ਸਕਦੇ ਹਾਂ, ਉਹ ਵੀ ਸਾਨੂੰ ਜਪਜੀ ਸਾਹਿਬ 'ਚ ਹੀ ਦੱਸੇ। ਹੁਣ ਜੇ ਜੀਵ ਨੂੰ ਪੁੱਛੀਏ ਵੀ ਉਹ 5 ਸ਼ਬਦ ਕੀ ਨੇ, ਉਹ ਆਖੇ ਮੈਨੂੰ ਤਾਂ ਪਤਾ ਨਹੀਂ ਜੀ। ਫਿਰ ਇਹ ਧਰਤੀ ਹੈ ਜਿਹੜੀ ਅਖੰਡ ਬ੍ਰਹਿਮੰਡ ਕਿਵੇਂ ਹੋਂਦ ਵਿੱਚ ਆਏ ਨੇ, ਕਿਵੇਂ ਪ੍ਰਗਟ ਹੋਏ, ਕਿਵੇਂ ਧਰਮਸ਼ਾਲ ਬਣੀ, ਕਿਵੇਂ ਫਿਰ ਇੱਥੇ ਜੀਵਾਂ ਦੇ ਰਹਿਣ ਵਾਸਤੇ ਜਿਹੜੀ ਇਹ 84 ਲੱਖ ਜੂਨ ਦੇ ਰੂਪ ਦੇ ਵਿੱਚ ਜੀਵ ਤਿਆਰ ਕੀਤੇ, ਕਿਵੇਂ ਤਿਆਰ ਕੀਤੇ ਨੇ, ਸਾਰਾ ਜਪਜੀ ਸਾਹਿਬ 'ਚ ਹੀ ਦੱਸੇ। ਸੱਚਖੰਡ ਕਿੱਥੇ ਹੈ, ਸੱਚਖੰਡ ਦੇ ਵਿੱਚ ਕਿਹਦਾ ਵਾਸ ਹੈ, ਉਹ ਸਾਨੂੰ ਸਾਰਾ ਕੁਛ ਦੱਸਿਆ ਹੋਇਆ।
ਜੇ ਹੁਣ ਅਸੀਂ ਰੋਜ਼ ਹੀ ਪੜ੍ਹਦੇ ਜਪਜੀ ਸਾਹਿਬ ਤੇ ਸਾਨੂੰ ਕੋਈ ਪੁੱਛੇ ਵੀ ਤੁਸੀਂ ਦੱਸੋ ਨਾਮ ਕੀ ਹੈ, 5 ਸ਼ਬਦ ਕੀ ਨੇ, ਧਰਤੀ ਕਿਵੇਂ ਬਣੀ, ਤੁਹਾਡਾ ਸਰੀਰ ਕਿਵੇਂ ਬਣੇ, ਇਹ ਖੰਡ ਬ੍ਰਹਿਮੰਡ ਕਿਵੇਂ ਹੋਂਦ ਵਿੱਚ ਆਏ ਨੇ, ਤੇ ਸੱਚਖੰਡ ਕਿੱਥੇ, ਤੇ ਜੇ ਅਸੀਂ ਆਖੀਏ ਵੀ ਸਾਨੂੰ ਤਾਂ ਪਤਾ ਹੀ ਨਹੀਂ, ਤੇ ਫਿਰ ਉਹ ਕਹਿੰਦੇ ਤੁਸੀਂ ਪੜ੍ਹਦੇ ਕੀ। ਬਈ ਜੇ ਤੁਹਾਨੂੰ ਇਹੀ ਨਹੀਂ ਪਤਾ, ਤੁਹਾਨੂੰ ਇਹੀ ਤਾਂ ਦੱਸਿਆ ਜਾ ਰਿਹਾ, ਇਹੀ ਤਾਂ ਸਮਝਾਇਆ ਜਾ ਰਿਹਾ, ਫਿਰ ਕੀ ਪੜ੍ਹਦੇ। ਅੱਗੇ ਗੁਰਬਾਣੀ ਗੁਰੂ ਕੋਈ ਹੋਰ ਬਾਹਰ ਦੀ ਨਹੀਂ, ਸਾਡੇ ਅੰਦਰ ਦੀ ਖੋਜ। ਬਈ ਇਹ ਸਾਡਾ ਸਰੀਰ ਹੈ ਜਿਹੜਾ ਇਹ ਕਿਵੇਂ ਬਣੇ ਹੈ, 10 ਦਵਾਰਾਂ ਦਾ ਤਿਆਰ ਹੋਏ, ਕਿਵੇਂ ਤਿਆਰ ਹੋਏ, ਇਹਦੇ ਵਿੱਚ ਫਿਰ ਕਿਹੜਾ ਪਰਿਵਾਰ ਵੱਸਦਾ, ਮਨ ਦਾ ਜਨਮ ਕਿੱਥੋਂ ਹੋਏ, ਧਰਮ ਰਾਏ ਚੇਤਰ ਗੁਪਤ ਹੁਣੀ ਉਹਨਾਂ ਦਾ ਜਨਮ ਕਿੱਥੋਂ ਹੋਇਆ, ਆਤਮਾ ਕਿਵੇਂ ਸਾਡੇ ਸਰੀਰ ਵਿੱਚ ਪ੍ਰਵੇਸ਼ ਹੁੰਦੀ, ਰਹਿ ਗੁਣ ਕੀ ਨੇ, ਮਾਇਆ ਕੀ ਹੈ। ਤੇ ਜੇ ਸਾਨੂੰ ਕੋਈ ਉਹ ਪੁੱਛੇ ਤੇ ਅਸੀਂ ਆਖੀਏ ਵੀ ਸਾਨੂੰ ਤਾਂ ਇਹ ਕੁਛ ਪਤਾ ਹੀ ਨਹੀਂ, ਤੇ ਫਿਰ ਅਸੀਂ ਸਿੱਖਿਆ ਕੀ ਲਿਆ ਗੁਰਬਾਣੀ ਗੁਰੂ ਤੋਂ। ਬਈ ਫਿਰ ਤਾਂ ਸਿਰਫ ਅਸੀਂ ਲੜਨਾ ਹੀ ਸਿੱਖਿਆ, ਵੀ ਲੜੀ ਜਾਓ ਬਸ, ਇੱਕ ਦੂਜੇ ਨਾਲ ਵੈਰ ਵਿਰੋਧ ਕਰੀ ਚੱਲੋ। ਤੇ ਜੋ ਗੁਰਬਾਣੀ ਗੁਰੂ ਕਹਿ ਰਹੇ ਵੀ ਉਹ ਤਾਂ ਅਸੀਂ ਸਿੱਖਿਆ ਲਈ ਨਹੀਂ, ਅੰਦਰ ਦਾ ਤਾਂ ਭੇਤ ਹੀ ਨਹੀਂ ਲਿਆ। ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਬਈ ਗੁਰਬਾਣੀ ਗੁਰੂ ਜੋ ਸਾਨੂੰ ਮਾਰਗ ਦੱਸਦੇ ਪ੍ਰੇਮ ਦਾ, ਬਈ ਤੁਸੀਂ ਮਰਨਾ ਨਾ ਭੁੱਲੋ, ਮਰਨਾ ਚੇਤੇ ਰੱਖੋ, ਤੁਸੀਂ ਇਸ ਲੋਕ ਦੇ ਵਾਸੀ ਨਹੀਂ। ਹੁਣ ਇਹ ਜਿੰਨੇ ਵੀ ਲੜਾਈਆਂ ਝਗੜੇ ਦਿਨੇ ਆਪਾਂ ਕਰਦੇ, ਜਦੋਂ ਰਾਤ ਪੈਂਦੀ ਹੈ ਅਸੀਂ ਆਪਦੇ ਦੇਸ਼ ਚਲੇ ਜਾਂਦੇ, ਉੱਥੇ ਹੀ ਸਾਨੂੰ ਕੁਝ ਨਹੀਂ ਯਾਦ ਰਹਿੰਦਾ ਵੀ ਸਾਡੀ ਕਿਹੜੀ ਜਾਤ ਹੈ, ਸਾਡਾ ਕਿਹੜਾ ਧਰਮ ਹੈ, ਕਿਹੜਾ ਕਬੀਲਾ, ਸਭ ਅਸੀਂ ਭੁੱਲ ਜਾਂਦੇ। ਜਦੋਂ ਦਿਨ ਹੁੰਦਾ ਫਿਰ ਉਹੀਓ ਡਰਾਮਾ ਸ਼ੁਰੂ ਹੋ ਜਾਂਦਾ, ਫਿਰ ਅਸੀਂ ਉਹੀਓ ਕੁਝ ਕਰਨਾ ਸ਼ੁਰੂ ਕਰ ਦਿੰਦੇ। ਇਸ ਵਾਸਤੇ ਫਿਰ ਸਾਨੂੰ ਗੁਰੂ ਨਾਨਕ ਦੇ ਘਰ ਨੇ ਜੋ ਇਹ ਖੇਲ ਸਮਝਾਇਆ ਵੀ ਦਿਨ ਦੇ ਸਮੇਂ ਆਉਂਦੇ ਆ, ਇੱਥੇ ਅਸੀਂ 12-14 ਘੰਟੇ ਰਹਿਣਾ ਤੇ ਮੁੜ ਕੇ ਅਸੀਂ ਆਪਦੇ ਦੇਸ਼ ਨੂੰ ਵਾਪਸ ਜਾਣਾ। ਜੇ ਹੁਣ ਅਸੀਂ ਇਹ ਖੇਲ ਨੂੰ ਸਮਝ ਜਾਵਾਂਗੇ ਬਈ ਅਸੀਂ ਕਿਹੜਾ ਇਸ ਲੋਕ ਦੇ ਵਾਸੀ ਹਾਂ, ਤੇ ਇਥੋਂ ਅਸੀਂ ਕੁਝ ਨਾਲ ਨਹੀਂ ਲਿਜਾ ਸਕਦੇ। ਸਵੇਰ ਤੋਂ ਸ਼ਾਮ ਤੱਕ ਜੋ ਵੀ ਆਪਾਂ ਇਕੱਠਾ ਕੀਤਾ, ਇਥੋਂ ਇੱਕ ਸੂਈ ਤੱਕ ਅਸੀਂ ਨਾਲ ਨਹੀਂ ਲਿਜਾ ਸਕਦੇ। ਇਹ ਹੋ ਗਏ ਆਪਾਂ ਖਾਲੀ ਖਲਾ 'ਚ ਵੱਸਦੇ ਹਾਂ। ਇਹ ਦੇਹ ਤੋਂ ਅਸੀਂ ਜਦੋਂ ਵਧੇ ਹੁੰਦੇ ਆ ਖਾਲੀ ਖਲਾ 'ਚ ਚੱਲਣਾ ਸਾਡੇ ਮਨ ਨੇ। ਹੁਣ ਇਹ ਖਾਲੀ ਖਲਾ ਦੇ ਵਿੱਚ ਆਪਾਂ ਕੋਈ ਚੀਜ਼ ਰੱਖ ਨਹੀਂ ਸਕਦੇ ਦ੍ਰਿਸ਼ਟ ਮਨ, ਇੱਕ ਸੂਈ ਵੀ ਉਹ ਵੀ ਇੱਥੇ ਰੱਖਾਂਗੇ ਤੇ ਉਹ ਥੱਲੇ ਡਿੱਗ ਪਏਗੀ, ਉਹ ਟਿਕੇਗੀ ਨਹੀਂ ਬਿਨਾਂ ਆਸਰਿਤ। ਹੁਣ ਤਾਂ ਫਿਰ ਆਪਾਂ ਨੂੰ ਕਹਿੰਦੇ ਵੀ ਇਹਨੂੰ ਸੂਖ ਮਹਿਲ ਕਹਿੰਦੇ, ਭਗਤਾਂ ਦਾ ਵਾਸਾ ਇਹ ਸੂਖ ਮਹਿਲ 'ਚ ਹੁੰਦਾ, ਉਹ ਇੱਥੇ ਵਸ, ਇੱਥੇ ਫਿਰ ਸਾਡੇ ਮਨ ਨੇ ਵਸਣਾ, ਸਾਡੀ ਸੁਰਤੀ ਨੇ ਵਸਣਾ। ਇੱਥੇ ਕੋਈ ਦ੍ਰਿਸ਼ਟਮਾਨ ਚੀਜ਼ ਨਹੀਂ ਟਿਕਦੀ, ਥੱਲੇ ਡਿੱਗ ਪੈਂਦੀ। ਮਹਾਰਾਜ ਕਹਿੰਦੇ ਵੀ ਇਹ ਰੋਜ਼ ਦੀ ਰੋਜ਼ ਦਾ ਖੇਲ ਹੈ, ਤੁਸੀਂ ਸਵੇਰ ਤੋਂ ਸ਼ਾਮ ਤੱਕ ਜੋ ਵੀ ਕਰਦੇ ਹੋ, ਤੁਸੀਂ ਸੋਚੋ ਤਾਂ ਸਹੀ ਵੀ ਇੱਥੋਂ ਨਾਲ ਕੀ ਲੈ ਕੇ ਜਾਂਦੇ। ਜਦੋਂ ਅਸੀਂ ਇੱਥੋਂ ਜਾਂਦੇ ਅਸੀਂ ਖਾਲੀ ਹੱਥ ਜਾਂਦੇ। ਹੁਣ ਧੰਨ ਮਾਲਕ ਸਾਨੂੰ ਸਵਾਸਾਂ ਦਾ ਦੇ ਕੇ ਭੇਜਦੇ ਵੀ ਤੁਸੀਂ ਵਣਜ ਕਰਨ ਜਾਣਾ, ਪਰਦੇਸ ਦੇ ਵਿੱਚ ਵਪਾਰ ਕਰਕੇ ਆਉਣਾ ਨਾਮ ਦਾ। ਹੁਣ ਜੀਵ ਇੱਥੇ ਆ ਕੇ ਵੰਗਾਰ ਕਰਨੀ ਸ਼ੁਰੂ ਕਰ ਦਿੰਦੇ ਇਹਨਾਂ 5 ਦੂਤਾਂ ਦੀ ਕਾਲ 'ਚ। ਜਦੋਂ ਵੰਗਾਰ ਕਰਨੀ ਸ਼ੁਰੂ ਕਰਦੇ ਧਨ ਪੱਲਿਓਂ ਖਰਚੀ ਕਰੀ ਜਾਂਦੇ, ਤੇ ਜਦੋਂ ਜਾਣਾ ਇੱਥੋਂ ਖਾਲੀ ਹੱਥ ਜਾਣਾ। ਜਿਵੇਂ ਆਪਾਂ ਦੇਖਦੇ ਵੀ ਸੰਸਾਰ 'ਚ ਕੋਈ ਕਿਸੇ ਦੇ ਘਰ ਵਗਾਰ ਕਰਦਾ, ਉਹ ਫਰੀ ਦੇ ਵਿੱਚ, ਜਦੋਂ ਉਹਨੇ ਆਪਦੇ ਘਰ ਜਾਣਾ ਉੱਥੋਂ ਕੁਝ ਨਾਲ ਨਹੀਂ ਲਿਜਾ ਸਕਦਾ, ਕਿਉਂਕਿ ਉਹਨੇ ਵੰਗਾਰ ਕੀਤੀ।
ਹੁਣ ਇਸੇ ਤਰ੍ਹਾਂ ਹੀ ਮਨਮੁਖ ਇਸ ਲੋਕ ਦੇ ਵਿੱਚ ਵੱਧ ਤੋਂ ਵੱਧ ਕਰਦਾ ਵੀ ਦਿਨੇ ਵੀ ਕਰਾਂ ਰਾਤ ਨੂੰ ਵੀ ਕਰ ਲਵਾਂ। ਮਹਾਰਾਜ ਕਹਿੰਦੇ ਕਰਦਾ ਕੀ ਇਹ ਕਰਦਾ ਵੰਗਾਰ ਹੈ ਤੇ ਲਾਲਚ ਕਰਦਾ ਵੀ ਮੈਂ ਜ਼ਿਆਦਾ ਕਰਾਂ। ਫਿਰ ਦੂਜਿਆਂ ਦਾ ਭਾਰ ਵੀ ਚੁੱਕ ਕੇ ਸਿਰ ਦੇ ਉੱਤੇ ਰੱਖ ਲੈਂਦਾ, ਦੂਸਰਿਆਂ ਦੀ ਨਖੇਦੀ ਕਰਕੇ ਨਿੰਦਿਆ ਕਰ ਕਰਕੇ। ਮਹਾਰਾਜ ਫਰਮਾਉਂਦੇ ਇਸੇ ਪਰਥਾਈ ਨਿਤ ਦਿਨਸ ਰਾਤ ਲਾਲਚ ਕਰੀ ਭਰਮੇ ਭਰਮਾਇਆ। ਵੰਗਾਰ ਫਿਰੇ ਵੰਗਾਰੀ ਆ ਸਿਰ ਭਾਰ ਉਠਾਏ। ਬਈ ਸਾਰਾ ਦਿਨ ਵੰਗਾਰ ਕਰਦੇ ਹੋ ਤੇ ਸਿਰ 'ਤੇ ਭਾਰ ਰੱਖ ਲੈਂਦੇ ਹੋ ਤੇ ਜਦੋਂ ਇੱਥੋਂ ਜਾਣਾ ਖਾਲੀ ਹੱਥ ਜਾਣਾ, ਕੁਛ ਨਾਲ ਨਹੀਂ ਲਿਜਾ ਸਕਦੇ। ਜਦੋਂ ਆਪਣੇ ਦੇਸ਼ ਜਾਂਦੇ ਹਾਂ ਮਾਲਕ ਤੋਂ ਝੜਕਾਂ ਪੈਂਦੀ ਬਈ ਇੰਨਾ ਕੀਮਤੀ ਬੜਮੁੱਲਾ ਧਨ ਦੇ ਕੇ ਭੇਜਿਆ ਸੀ, ਕਮਾਈ ਤਾਂ ਕੀ ਕਰਨੀ ਸੀ ਉੱਥੇ, ਇਹ ਵੀ ਸਾਰਾ ਖਰਚ ਕਰਿਆ। ਫਿਰ ਸਮਝਾਉਂਦੇ ਵੀ ਹੁਣ ਵੱਤਰ ਸੀ, ਹੁਣ ਵੇਲਾ ਸੀ, ਹੁਣ ਤੁਸੀਂ ਕਮਾਈ ਕਰਨੀ ਸੀ। ਹੁਣ ਜੇ ਕਮਾਈ ਨਹੀਂ ਕਰੋਗੇ ਤੇ ਭੁੱਖੇ ਖਾਓਗੇ ਕੀ ਤੁਸੀਂ। ਹੁਣ ਵਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੇ ਖਾਏ। ਵੀ ਹੁਣ ਵੱਤਰ ਸੀ ਵੇਲਾ ਸੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇੱਥੇ ਜੋ ਵੀ ਅਸੀਂ ਕਿਰਤ ਕਰਦੇ ਹਾਂ, ਕਰਮ ਕਰਦੇ ਹਾਂ, ਸਾਡਾ ਇਹਨਾਂ ਕਰਮਾਂ ਦਾ ਫੈਸਲਾ ਸੱਚੇ ਦਰਬਾਰ ਦੇ ਵਿੱਚ ਹੁੰਦਾ, ਰੋਜ਼ ਦੀ ਰੋਜ਼ ਹੁੰਦਾ। ਮਹਾਰਾਜ ਕਹਿੰਦੇ ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਬਈ ਜਿਉਂ ਹੀ ਅਸੀਂ ਇੱਧਰ ਪਰਦੇਸ ਦੇ ਵਿੱਚ ਆਏ, ਸਵੇਰ ਨੂੰ ਸਾਡਾ ਮਨ ਆ ਕੇ ਪਾਉਣ ਦੇ ਵਿੱਚ ਪ੍ਰਵੇਸ਼ ਹੋਇਆ। ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਕਰਮ ਕਰਨਾ ਸ਼ੁਰੂ ਕਰ ਦਿੱਤਾ। ਜਿਉਂ ਹੀ ਅਸੀਂ ਬੋਲੇ ਸਾਡਾ ਉਹ ਲੇਖੇ ਵਿੱਚ ਵੀ ਅਸੀਂ ਕਿਹੜੇ ਹੱਟ 'ਤੇ ਬੋਲੇ ਉਹ ਸਾਡਾ ਲਿਖਿਆ ਜਾਵੇ। ਉਧਰੋਂ ਚਿਤਰਗੁਪਤ ਨੇ ਲਿਖ ਕੇ ਧਰਮ ਰਾਏ ਨੂੰ ਰਿਪੋਰਟ ਦੇਣੀ ਤੇ ਉਧਰੋਂ ਸਾਨੂੰ ਵੀ ਹੁਕਮ ਹੈ ਵੀ ਤੁਸੀਂ ਵੀ ਆਪਦੀ ਪੱਟੀ 'ਤੇ ਲਿਖ ਕੇ ਲਿਆਉਣਾ ਆਪ। ਵੀ ਜੋ ਲਿਖ ਕੇ ਲਿਆਉਂਗੇ ਉਹਦੇ ਮੁਤਾਬਕ ਤੁਹਾਡਾ ਫੈਸਲਾ ਸੁਣਾ ਦਿਆਂਗੇ। ਮਹਾਰਾਜ ਕਹਿੰਦੇ ਆਪੇ ਪੱਟੀ ਕਲਮ ਆਪ ਉੱਪਰ ਲਿਖ ਪੀ ਤੂੰ, ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ। ਵੀ ਅਸੀਂ ਆਪਣੀ ਪੱਟੀ 'ਤੇ ਆਪ ਹੀ ਲਿਖਣਾ, ਪਰ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਇਹ ਲਿਖਦਾ ਸਵਾਸਾਂ ਦਾ ਹਿਸਾਬ। ਨਹੀਂ ਤਾਂ ਸੰਸਾਰ ਦੇ ਹਿਸਾਬ ਕਿਤਾਬ ਤਾਂ ਜੋ ਜੀਵ ਬਥੇਰੇ ਕਰਦੇ, ਪਰ ਇਹ ਕੋਈ ਹਿਸਾਬ ਵਿਰਲਾ ਹੀ ਰੱਖਦਾ ਵੀ ਇਹ ਜਿਹੜਾ ਮੇਰੇ ਸਵਾਸ ਨੇ ਇਹਨਾਂ ਦਾ ਮੈਂ ਹਿਸਾਬ ਦੇਣਾ ਵਾਪਸ ਜਾ ਕੇ। ਹੁਣ ਜਿਉਂ ਹੀ ਅਸੀਂ ਬੋਲੇ ਸਾਡਾ ਲਿਖਿਆ ਜਾਣਾ ਵੀ ਅਸੀਂ ਕੀ ਬੋਲੇ। ਜੋ ਅਸੀਂ ਦੇਖਿਆ ਉਹ ਦੇਖਣਾ ਸਾਡਾ ਲੇਖੇ ਵਿੱਚ। ਜੋ ਅਸੀਂ ਸੁਣਦੇ ਹਾਂ ਸਾਡਾ ਸੁਣਨਾ ਲੇਖੇ ਵਿੱਚ। ਜਦੋਂ ਅਸੀਂ ਚੱਲਦੇ ਚੱਲਣਾ, ਜਦੋਂ ਅਸੀਂ ਭੋਜਨ ਛਕਦੇ ਹਾਂ, ਸਾਰਾ ਕੁਝ ਸਾਡਾ ਲੇਖੇ ਵਿੱਚ, ਉਹ ਲਿਖਿਆ ਜਾਣਾ। ਮਹਾਰਾਜ ਕਹਿੰਦੇ ਤੁਹਾਨੂੰ ਕਿਸੇ ਪੜ੍ਹਿਆਂ ਲਿਖਿਆਂ ਤੋਂ ਪੁੱਛਣ ਦੀ ਲੋੜ ਨਹੀਂ ਵੀ ਇਹ ਤਾਂ ਸਾਨੂੰ ਸਾਡੇ ਮਾਤਾ ਪਿਤਾ ਨੇ ਧਨ ਦਿੱਤਾ ਤੇ ਸਾਤੋਂ ਹੀ ਵਾਪਸੀ ਤੇ ਹਿਸਾਬ ਲਿਆ ਜਾਣਾ। ਇਹ ਨਹੀਂ ਵੀ ਸਾਡਾ ਹਿਸਾਬ ਕੋਈ ਹੋਰ ਦਊ। ਸਾਨੂੰ ਧਨ ਦਿੱਤਾ ਹੈ ਤੇ ਸਾਤੋਂ ਹੀ ਹਿਸਾਬ ਲਿਆ ਜਾਣਾ, ਸਭ ਦਾ ਆਪੋ ਆਪਣਾ। ਮਹਾਰਾਜ ਤਾਈਓ ਸਾਨੂੰ ਇਸੇ ਪਰਥਾਈ ਫਰਮਾਉਂਦੇ ਲੇਖੇ ਬੋਲਣ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਵਾਟ ਚਲਾਈਏ, ਲੇਖੇ ਸੁਣ ਵਿਖਾਓ, ਲੇਖੇ ਸਾਹ ਲਵਾਈਏ, ਪੜ੍ਹ ਕੇ ਪੁੱਛਣ ਜਾਓ। ਸਤਿਗੁਰੂ ਕਹਿੰਦੇ ਵੀ ਇਹ ਸਾਰਾ ਕੁਛ ਸਾਡਾ ਲੇਖੇ ਵਿੱਚ ਲਿਖਿਆ ਜਾਣਾ। ਵੀ ਕੀ ਬੋਲਦੇ ਹੋ ਸਾਡਾ ਉੱਥੇ ਹੀ ਲਿਖਿਆ ਜਾਣਾ, ਕੀ ਸੁਣਦੇ ਹੋ ਕੀ ਦੇਖਦੇ ਹੋ ਸਭ ਲਿਖਿਆ ਜਾਂਦਾ। ਹੁਣ ਸਾਨੂੰ ਕਹਿੰਦੇ
ਵੀ ਤੁਸੀਂ ਹੁਣ ਇਹ ਸਿੱਖ ਲਓ। ਜੇ ਤੁਸੀਂ ਭੁੱਲ ਗਏ ਹੋ ਵੀ ਅਸੀਂ ਕੀ ਲਿਖੀਏ ਜੀ, ਸਾਨੂੰ ਤਾਂ ਪਤਾ ਨਹੀਂ, ਸਾਨੂੰ ਤਾਂ ਲਿਖਣਾ ਨਹੀਂ ਆਉਂਦਾ, ਉਹ ਫਿਰ ਅਸੀਂ ਗੁਰੂ ਤੋਂ ਪੁੱਛ ਕੇ ਅਸੀਂ ਲਿਖ ਸਕਦੇ। ਹੁਣ ਕੀ ਲਿਖਣਾ? ਮਹਾਰਾਜ ਕਹਿੰਦੇ ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ। ਵੀ ਇਹ ਜਿਹੜਾ ਮੋਹ ਦਾ ਜਾਲ ਹੈ ਇਹਨੂੰ ਕੱਟ ਕੇ ਇਹਦੀ ਸ਼ਾਹੀ ਬਣਾ ਲਓ। ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ। ਮਤ ਨੂੰ ਕਾਗਜ਼ ਬਣਾ ਲਓ। ਭਉ ਕਲਮ ਕਰ ਚਿੱਤ ਲਿਖਾਰੀ। ਵੀ ਪ੍ਰੇਮ ਦੀ ਕਲਮ ਤੇ ਚਿੱਤ ਨਾਲ ਲਿਖ। ਲਿਖਣਾ ਕੀ ਹੈ? ਲਿਖ ਨਾਮ ਸਲਾਹ। ਲਿਖ ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿਥੇ ਲੇਖਾ ਮੰਗੀਏ ਤਿੱਥੇ ਹੋਈ ਸੱਚਾ ਨਿਸ਼ਾਨ। ਸਤਿਗੁਰੂ ਕਹਿੰਦੇ ਵੀ ਜੇ ਤੁਸੀਂ ਭੁੱਲ ਗਏ ਹੋ ਤੇ ਤੁਸੀਂ ਹੁਣ ਲਿਖਣਾ ਸਿੱਖ ਲਓ। ਕੀ ਲਿਖੀਏ? ਮਨ ਦੀ ਫੱਟੀ ਤੇ ਲਿਖੋ ਪਰਮਾਤਮਾ ਦਾ ਨਾਮ। ਮਹਾਰਾਜ ਕਹਿੰਦੇ ਮੇਰੀ ਪਟੀਆ ਲਿਖ ਦਿਓ ਸ਼੍ਰੀ ਗੋਪਾਲ। ਵੀ ਆਪਦੀ ਮਨ ਦੀ ਫੱਟੀ ਤੇ ਮਾਲਕ ਦਾ ਨਾਮ ਲਿਖੋ। ਸਾਡੇ ਹਿਰਦੇ ਵਿੱਚ ਪਰਮਾਤਮਾ ਦਾ, ਵਾਹਿਗੁਰੂ ਦਾ ਨਾਮ ਵਸ ਜੀ, ਤੇ ਉਹ ਲਿਖੋ। ਜੋ ਸਾਡੇ ਚਿੱਤ 'ਚ ਵਸਿਆ ਹੁੰਦਾ, ਜੋ ਸਾਡੇ ਹਿਰਦੇ ਵਿੱਚ ਹੁੰਦਾ ਅੰਦਰ, ਉਹੀਓ ਸਾਡੇ ਮੁਖ ਰਾਹੀਂ ਬਾਹਰ ਆਉਂਦਾ। ਜਿਹੜੀਆਂ ਗੱਲਾਂ ਸਾਡੇ ਅੰਦਰ ਨੇ ਉਹ ਮੁਖ ਰਾਹੀਂ ਬਾਹਰ ਨਿਕਲਦੀਆਂ। ਜੇ ਕਿਸੇ ਦੇ ਅੰਦਰ ਦੁਬਦਾ ਹੈ ਉਹ ਦੁਬਦਾ ਦੀ ਗੱਲ ਕਰੇ, ਜੇ ਵੈਰ ਵਿਰੋਧ ਹੈ ਵੈਰ ਵਿਰੋਧ ਦੀ ਗੱਲ ਨਿਕਲੇਗੀ। ਜਾਣੀ ਦੀ ਜੋ ਸਾਡੇ ਅੰਦਰ ਉਹ ਮੁਖ ਰਾਹੀਂ ਬਾਹਰ ਨਿਕਲ ਆਉਂਦਾ, ਉਹ ਛਪਾਇਆ ਛਪਦਾ ਨਹੀਂ ਹੈ। ਜੇ ਸਾਡੇ ਅੰਦਰ ਵਾਹਿਗੁਰੂ ਹੋਏ ਫਿਰ ਸਾਡੇ ਮੁਖ ਦੇ ਵਿੱਚੋਂ ਵਾਹਿਗੁਰੂ ਹੀ ਨਿਕਲੇ। ਸਾਡੇ ਮੁਖ 'ਚੋਂ ਮਾਲਕ ਦੀ ਸਿਫਤ ਸਲਾਹ, ਉਹਦੀ ਵਡਿਆਈ ਨਿਕਲੇਗੀ। ਜੋ ਸਾਡੇ ਅੰਦਰ ਉਹ ਛਪਾਇਆ ਛਪਦਾ ਨਹੀਂ ਹੈ, ਉਹ ਮੁਖ ਰਾਹੀਂ ਬਾਹਰ ਨਿਕਲ ਆਉਂਦਾ। ਮਹਾਰਾਜ ਫਰਮਾਉਂਦੇ ਅੰਤਰ ਹੋਏ ਸੋ ਨਿਕਲੇ ਨਹਿ ਛਪੇ ਛਪਾਇਆ। ਵੀ ਜਿਹੜੀ ਚੀਜ਼ ਸਾਡੇ ਅੰਦਰ ਵਸੀ ਉਹ ਮੁਖ ਰਾਹੀਂ ਬਾਹਰ ਨਿਕਲੇ। ਜਿਵੇਂ ਆਮ ਜੀਵ ਕਹਿ ਦਿੰਦੇ ਵੀ ਇਹ ਮੂੰਹ ਦਾ ਬੜਬੋਲਾ ਹੈ ਜੀ, ਉਹਦਾ ਮਨ ਦਾ ਬੜਾ ਸਾਫ਼ ਹੈ, ਦਿਲ ਦਾ ਸਾਫ਼ ਸੀ। ਹੁਣ ਜਿਹੜਾ ਜੀਵ ਮੁਖ ਤੋਂ ਤਾਂ ਫਿੱਕਾ ਬੋਲ ਰਿਹਾ, ਮੁਖ ਤੋਂ ਤਾਂ ਨਿੰਦਿਆ ਕਰ ਰਿਹਾ, ਮੁਖ ਤੋਂ ਤਾਂ ਈਰਖਾ ਨਫ਼ਰਤ ਦੀ ਗੱਲ ਕਰ ਰਿਹਾ, ਤੇ ਉਹਦਾ ਅੰਦਰ ਕਿਵੇਂ ਸਾਫ਼ ਹੋ ਗਈ? ਜਿਹੜਾ ਮੁਖ ਤੋਂ ਤਾਂ ਗਾਲਾਂ ਕੱਢਦਾ ਹੈ ਤੇ ਉਹ ਆ ਕੇ ਮੇਰਾ ਮਨ ਬੜਾ ਸਾਫ਼ ਹੈ ਜੀ। ਤੇ ਮਹਾਰਾਜ ਕਹਿੰਦੇ ਇਹ ਤਾਂ ਤੇਰੇ ਅੰਦਰ ਵਸੀਆਂ ਹੋਈਆਂ। ਜਿਹੜਾ ਮੁਖ 'ਚੋਂ ਤੋਂ ਗੰਦ ਕੱਢਦਾ ਹੈ ਉਹ ਤੇਰੇ ਅੰਦਰ ਵਸਿਆ ਹੋਇਆ, ਤਾਂ ਹੀ ਤਾਂ ਮੁਖ ਰਾਹੀਂ ਬਾਹਰ ਨਿਕਲਦਾ। ਫਿਰ ਜੀਵ ਕਹਿੰਦਾ ਇਹਦਾ ਮਨ ਬੜਾ ਸਾਫ਼ ਹੈ ਜੀ, ਉਹਦਾ ਬੋਲਦਾ ਹੈ ਪਰ ਮਨ ਬੜਾ ਸ਼ੁੱਧ ਹੈ ਜੀ, ਇਹਦਾ ਦਿਲ ਦਾ ਨਹੀਂ ਮਾੜਾ। ਹੁਣ ਮਨਮੁਖ ਜੀਵ ਨੂੰ ਪਤਾ ਹੀ ਨਹੀਂ ਵੀ ਮਨ ਹੁੰਦਾ ਕੀ ਹੈ। ਜਿਵੇਂ ਆਮ ਜੀਵ ਕਹਿ ਦਿੰਦੇ ਗੁਰੂ ਘਰ ਕੀ ਕਰਨ ਜਾਣਾ ਜੀ, ਮਨ ਸਾਫ਼ ਹੋਣਾ ਚਾਹੀਦਾ, ਨੀਤ ਸਾਫ਼ ਹੋਣੀ ਚਾਹੀਦੀ। ਹੁਣ ਸਤ ਸੰਗਤ ਤੋਂ ਬਿਨਾਂ ਤਾਂ ਮਨ ਸਾਡਾ ਸਾਫ਼ ਹੁੰਦਾ ਹੀ ਨਹੀਂ। ਸਾਨੂੰ ਮਨ ਦਾ ਗਿਆਨ ਹੀ ਨਹੀਂ ਆਉਂਦਾ ਵੀ ਮਨ ਹੈ ਕੀ, ਜਿਹਦੀ ਅਸੀਂ ਗੱਲ ਕਰਦੇ। ਮਹਾਰਾਜ ਤਾਂਹੀਓ ਸਾਨੂੰ ਸਮਝਾਉਂਦੇ ਵੀ ਬਿਨਾਂ ਭਾਗਾਂ ਤੋਂ ਸਾਨੂੰ ਸਤ ਸੰਗਤ ਨਹੀਂ ਮਿਲਦੀ, ਤੇ ਸਤ ਸੰਗਤ ਤੋਂ ਬਿਨਾਂ ਤਾਂ ਮਨ ਹੈ ਜਿਹੜਾ ਉਹ ਮੈਲ ਦੇ ਨਾਲ ਭਰਿਆ ਰਹਿੰਦਾ। ਰਮਾਉਂਦੇ ਨੇ ਬਿਨ ਭਾਗਾਂ ਸਤ ਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀਓ। ਬਈ ਸਤ ਸੰਗਤ ਤੋਂ ਬਿਨਾਂ ਤਾਂ ਮੈਲ ਦੇ ਨਾਲ ਭਰਿਆ ਹੀ ਰਹਿਣਾ ਇਹਨੇ, ਅੰਦਰੋਂ ਭਰਿਆ ਤੇ ਤਾਂਹੀਓ ਮੁਖ ਰਾਹੀਂ ਉਹ ਮੈਲ ਹੀ ਕੱਢਦਾ ਬਾਹਰ। ਹੁਣ ਤਾਂ ਫਿਰ ਆਪਾਂ ਨੂੰ ਸਮਝਾਉਂਦੇ ਮਹਾਰਾਜ ਵੀ ਜਿਹੜੀ ਚੀਜ਼ ਸਾਡੇ ਅੰਦਰ ਵਸੀ ਹੁੰਦੀ
ਉਹ ਮੁਖ ਰਾਹੀਂ ਬਾਹਰ ਨਿਕਲ ਆਉਂਦੀ, ਉਹ ਕਿਸੇ ਦੇ ਛਪਾਇਆਂ ਤੋਂ ਛਪਦੀ ਨਹੀਂ। ਤਾਈਓ ਕਹਿੰਦੇ ਵੀ ਜਿਹੜਾ ਭਗਤ ਹੈ ਵੀ ਉਹ ਛਪਾਇਆਂ ਛਪਦਾ ਨਹੀਂ, ਉਹ ਪ੍ਰਗਟ ਹੋ ਜਾਂਦਾ। ਹਰ ਕਾ ਭਗਤ ਪ੍ਰਗਟ ਨਹੀਂ ਛਪੇ। ਕਿ ਉਹਨੇ ਜਦੋਂ ਬੋਲਣਾ, ਉਹਨੇ ਮਾਲਕ ਦੀ ਸਿਫਤ ਸਲਾਹ ਕਰਨੀ, ਵਡਿਆਈ ਕਰਨੀ, ਉਹਨੂੰ ਮਾਲਕ ਪ੍ਰਗਟ ਕਰ ਦਿੰਦੇ। ਹੁਣ ਇਸ ਵਾਸਤੇ ਕਹਿੰਦੇ ਵੀ ਜਿਵੇਂ ਸੂਰਜ ਚੜ੍ਹਦਾ ਹੈ, ਉਹਨੂੰ ਛਪਾਇਆ ਨਹੀਂ ਜਾ ਸਕਦਾ, ਇਸੇ ਤਰ੍ਹਾਂ ਹੀ ਇਹ ਨਾਮ ਨੂੰ ਰਤਨ ਕਹਿੰਦੇ, ਨਰਮੋਲਕ, ਵੀ ਜਿਹਦਾ ਕੋਈ ਮੁੱਲ ਨਹੀਂ ਹੈ। ਹੁਣ ਜਿਹੜੇ ਗੁਰਮੁਖ ਅੰਦਰੋਂ ਨਾਮ ਦੇ ਨਾਲ ਜੁੜ ਗਏ, ਉਹ ਛਪਾਇਆ ਛਪਦਾ ਨਹੀਂ, ਕਿਉਂਕਿ ਉਹਨਾਂ ਨੇ ਨਾਮ ਦੀ ਗੱਲ ਕਰਨੀ, ਉਹਨਾਂ ਨੇ ਮਾਲਕ ਦੀ ਸਿਫਤ ਸਲਾਹ ਕਰਨੀ। ਮਹਾਰਾਜ ਕਹਿੰਦੇ ਐਸਾ ਨਾਮ ਰਤਨ ਨਰਮੋਲਕ, ਪੁੰਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੇ ਰਾਖਿਆ, ਰਤਨ ਨਾ ਛਪੇ ਛਪਾਇਆ। ਬਈ ਇਹ ਛਪਾਇਆ ਛਪਦਾ ਨਹੀਂ, ਕਿਉਂਕਿ ਜੋ ਸਾਡੇ ਹਿਰਦੇ ਵਿੱਚ ਉਹ ਮੁਖ ਰਾਹੀਂ ਬਾਹਰ ਆ ਜਾਂਦਾ। ਹੁਣ ਗੁਰਮੁਖਾਂ ਦੇ ਹਿਰਦੇ 'ਚ ਮਾਲਕ ਵਸਿਆ ਹੁੰਦਾ, ਇਸ ਕਰਕੇ ਉਹਨਾਂ ਦੇ ਮੁਖ 'ਚੋਂ ਮਾਲਕ ਦੀ ਸਿਫਤ ਸਲਾਹ ਵਡਿਆਈ ਨਿਕਲਦੀ। ਉਹਨਾਂ ਦੇ ਮਨ 'ਚ ਨਾਮ ਵਸਿਆ, ਤਾਂ ਕਰਕੇ ਉਹ ਨਾਮ ਦੀ ਉਸਤਤ ਕਰਦੇ, ਨਾਮ ਦੀ ਵਡਿਆਈ ਕਰਦੇ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਅਸੀਂ ਇਕੱਲਾ ਮੁਖ ਤੋਂ ਹੀ ਨਹੀਂ ਕਰਨਾ, ਅਸੀਂ ਹਿਰਦੇ 'ਚ ਵਸਾ ਲੈਣਾ ਅੰਦਰ। ਮੁਖੋਂ ਤਾਂ ਬਹੁਤ ਜੀਵ ਵਾਹਿਗੁਰੂ ਵਾਹਿਗੁਰੂ ਕਰਦੇ, ਰਾਮ ਰਾਮ ਕਰਦੇ, ਪਰ ਸਤਿਗੁਰੂ ਕਹਿੰਦੇ ਉਹ ਵਿਰਲੇ ਨੇ ਜਿਹੜੇ ਹਿਰਦੇ 'ਚ ਵਸਾਉਂਦੇ। ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ, ਉਹਨਾਂ ਨੇ ਜੀਵਨ ਮੁਕਤ ਹੋ ਜਾਣਾ, ਉਹ ਅਮਰ ਹੋ ਜਾਂਦੇ। ਰਮਾਉਂਦੇ ਨੇ ਮੁਖੋਂ ਹਰ ਹਰ ਸਭ ਕੋ ਕਰੇ, ਵਿਰਲੇ ਹਿਰਦੇ ਵਸਾਇਆ, ਨਾਨਕ ਜਿਨ ਕੇ ਹਿਰਦੇ ਵਸਿਆ, ਮੋਖ ਮੁਕਤ ਤਿਨ ਪਾਇਆ। ਬਈ ਜਿਨ੍ਹਾਂ ਦੇ ਹਿਰਦੇ 'ਚ ਵਸ ਗਿਆ, ਉਹਨਾਂ ਨੇ ਮੁਕਤ ਹੋ ਜਾਣਾ, ਉਹਨਾਂ ਨੇ ਅਮਰ ਹੋ ਜਾਣਾ। ਹੁਣ ਸਾਡੇ ਹਿਰਦੇ 'ਚ ਕਿਵੇਂ ਵਸੇ, ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸਿਮਰਨ ਕਰ। ਸਿਮਰਨ ਕਰਕੇ ਮਨ ਨੂੰ ਧੋਵੋ, ਮਨ ਨੂੰ ਨਿਰਮਲ ਕਰੋ। ਜਦੋਂ ਸਾਡਾ ਮਨ ਨਿਰਮਲ ਹੋ ਜਾਏਗਾ, ਸਾਡੇ ਭਰਮ ਨੇ ਜਿਹੜੇ ਕੱਟੇ ਜਾਣਗੇ, ਵਿਚਾਰ ਹੀ ਭਰਮ ਹੈ। ਜਦੋਂ ਸਾਡਾ ਮਨ ਵਿਚਾਰਾਂ ਤੋਂ ਰਹਿਤ ਹੋ ਗਿਆ, ਤੇ ਅਚਿੰਤ ਹੀ ਮਾਲਕ ਸਾਡੇ ਹਿਰਦੇ 'ਚ ਵਸ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਹਰ ਜੀ ਸੂਖਮ ਅਗੰਮ ਹੈ, ਕਹਿਤ ਵਿਦ ਮਿਲਿਆ ਜਾਏ, ਗੁਰ ਕੇ ਸ਼ਬਦ ਭਰਮ ਕੱਟੀਏ, ਅਚਿੰਤ ਵਸੇ ਮਨ ਆਏ। ਬਈ ਜੋ ਪਰਮਾਤਮਾ ਵਾਹਿਗੁਰੂ, ਉਹਦਾ ਸੂਖਮ ਹੈ, ਉਹ ਅਗੰਮ, ਸਾਡੀ ਪਹੁੰਚ ਤੋਂ ਪਰੇ। ਵੀ ਉਹਨੂੰ ਕਿਵੇਂ ਮਿਲਿਆ ਜਾਵੇ, ਉਹਦੇ ਨਾਲ ਕਿਵੇਂ ਮਿਲਾਪ ਹੋਵੇ। ਮਹਾਰਾਜ ਕਹਿੰਦੇ ਗੁਰੂ ਦੇ ਸ਼ਬਦ ਦੁਆਰਾ ਆਪਣੇ ਭਰਮ ਕੱਟ ਲਓ, ਤੇ ਚਿੰਤ ਹੀ ਉਹ ਸਾਡੇ ਹਿਰਦੇ 'ਚ ਵਸ ਜਾਂਦਾ। ਭਰਮ ਕੀ ਹੈ? ਭਰਮ ਨੇ ਵਿਚਾਰ। ਸਾਡੀ ਆਪਣੀ ਮੱਤ ਹੀ ਸਾਨੂੰ ਭਰਮ ਦੇ ਵਿੱਚ ਰੱਖਦੀ, ਤੇ ਇਹਨੂੰ ਅਸੀਂ ਛੱਡਣਾ, ਆਪਦੀ ਮੱਤ ਨੂੰ, ਆਪਦੀ ਸਿਆਣਪ ਨੂੰ ਛੱਡਣਾ। ਆਪਦੀ ਮੱਤ ਸਿਆਣਪ ਛੱਡਣ ਲਈ ਇਹ ਸਾਨੂੰ ਸਿਮਰਨ ਕਰਨਾ ਪੈਂਦਾ, ਉਹਦਾ ਛੱਡੀ ਨਹੀਂ ਜਾਂਦੀ। ਮਹਾਰਾਜ ਤਾਈਓ ਫਰਮਾਉਂਦੇ, ਤਜੋ ਸਿਆਣਪ ਸੁਰਜਨੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭੁ ਜਾਏ। ਬਈ ਸਾਡੇ ਦੁੱਖ ਭਰਮ ਸਹਿਮ ਸਭ ਖਤਮ ਹੋ ਜਾਣ, ਜੇ ਅਸੀਂ ਇਹ ਸਿਮਰਨ ਅਭਿਆਸ ਕਰੀਏ, ਜੇ ਅਸੀਂ ਆਪਦੀ ਮੱਤ, ਆਪਦੀ ਸਿਆਣਪ ਛੱਡ ਦਈਏ। ਹੁਣ ਇਹ ਆਪਦੀ ਸਿਆਣਪ ਛੱਡਣ ਵਾਸਤੇ ਆਪਾਂ ਨੂੰ ਇਹ ਸਿਮਰਨ ਅਭਿਆਸ ਸਤਿਗੁਰੂ ਦੱਸਦੇ। ਬਈ ਜਦੋਂ ਅਸੀਂ ਇਹ ਸਾਸ ਗਿਰਾ ਸਿਮਰਨ ਕਰਾਂਗੇ, ਉਹ ਗੁਰਸਿੱਖ ਗੁਰੂ ਦੇ ਮਨ ਨੂੰ ਭਾਉਂਦਾ ਹੈ ਜੋ ਇਹ ਸਿਮਰਨ ਅਭਿਆਸ ਕਰਦਾ।
ਫਰਮਾਉਂਦੇ ਜੋ ਸਾਸ ਗਿਰਾਸ ਧਿਆਈ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵ। ਹੌਲੇ ਆਪਾਂ ਜਿੰਨਾ ਵੀ ਉਦਮ ਕਰਦੇ ਵੀ ਅਸੀਂ ਗੁਰੂ ਨੂੰ ਭਾ ਜਾਈਏ, ਗੁਰੂ ਨੂੰ ਚੰਗੇ ਲੱਗੀਏ, ਉਹਦੇ ਵਾਸਤੇ ਫਿਰ ਆਪਾਂ ਗੁਰੂ ਸਾਹਿਬਾਨਾਂ ਦੇ ਦਿਹਾੜੇ ਮਨਾਉਂਦੇ, ਉਹਨਾਂ ਵਾਸਤੇ ਫਿਰ ਆਪਾਂ ਇਹ ਸਾਰਾ ਗੁਰਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ ਬਈ ਤਾਂ ਕਿ ਅਸੀਂ ਗੁਰੂ ਨੂੰ ਚੰਗੇ ਲੱਗੀਏ, ਗੁਰੂ ਨੂੰ ਭਾ ਜਾਈਏ। ਹੁਣ ਮਹਾਰਾਜ ਕਹਿੰਦੇ ਕੌਣ ਗੁਰੂ ਨੂੰ ਭਾਉਂਦਾ? ਜਿਹੜਾ ਸਾਸ ਗਿਰਾਸ ਸਿਮਰਨ ਕਰਦਾ ਉਹ ਗੁਰਸਿੱਖ ਗੁਰੂ ਦੇ ਮਨ ਨੂੰ ਭਾਉਂਦਾ, ਗੁਰੂ ਨੂੰ ਚੰਗਾ ਲੱਗਦਾ। ਆਈਓ ਸਾਨੂੰ ਫਰਮਾਉਂਦੇ ਜੋ ਸਾਸ ਗਿਰਾਸ ਧਿਆਈ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੇ। ਆਓ ਹੁਣ ਜੋ ਸਾਨੂੰ ਗੁਰਬਾਣੀ ਗੁਰੂ 'ਚ ਤਰੀਕਾ ਦੱਸਿਆ ਵੀ ਅਸੀਂ ਗੁਰੂ ਦੇ ਮਨ ਨੂੰ ਭਾ ਜਾਈਏ, ਉਹਦੇ ਲਈ ਆਪਾਂ ਹੁਣ ਇਹ ਸਿਮਰਨ ਕਰਨਾ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਤਰੀਕਾ ਹੈ ਗੁਰਮੁਖ ਪਿਆਰਿਓ ਗੁਰੂ ਦੇ ਮਨ ਨੂੰ ਭਾਉਣ ਦਾ। ਜਿਹੜਾ ਵੀ ਸਿੱਖ ਇਹ ਸਿਮਰਨ ਕਰਦਾ ਹੈ, ਮਹਾਰਾਜ ਕਹਿੰਦੇ ਉਹ ਗੁਰਸਿੱਖ ਗੁਰੂ ਨੂੰ ਭਾਉਂਦਾ। ਸੋ ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ ਹੁੰਦਾ ਵੀ ਤਾਂ ਕਿ ਅਸੀਂ ਗੁਰੂ ਨੂੰ ਭਾ ਜਾਈਏ, ਅਸੀਂ ਸਤਿਗੁਰ ਨੂੰ ਭਾ ਜਾਈਏ। ਉਹਦੇ ਵਾਸਤੇ ਫਿਰ ਇਹ ਆਪਾਂ ਬਹਿੰਦੇ ਉੱਠਦੇ ਕੰਮ ਕਾਰ ਕਰਦੇ ਇਹ ਅਸੀਂ ਸਿਮਰਨ ਅਭਿਆਸ ਕਰਨਾ ਹੁੰਦਾ। ਮਹਾਰਾਜ ਫਰਮਾਉਂਦੇ ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਿਰਾਸ। ਵੀ ਉੱਠਦੇ ਬਹਿੰਦੇ ਸਾਸ ਗਿਰਾਸ ਸਿਮਰਨ ਕਰ। ਗੁਰਬਾਣੀ ਗੁਰੂ ਨੂੰ ਜਦੋਂ ਆਪਾਂ ਪੜ੍ਹਦੇ ਹਾਂ, ਸਹਿਜ ਦੇ ਨਾਲ ਪੜ੍ਹਨਾ, ਖੋਜਣਾ, ਵਿਚਾਰਨਾ, ਸਾਰੀ ਗੁਰਬਾਣੀ ਆਪਣੇ ਅੰਦਰ ਦੀ ਖੋਜ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਧਿਆਨ ਦੇ ਨਾਲ ਪੜ੍ਹਾਂਗੇ ਜਾਂ ਸੁਣਾਂਗੇ, ਸਾਡੇ ਮਨ ਤੋਂ ਮੈਲ ਉਤਰ ਜਾਏਗੀ। ਇਸ ਵਾਸਤੇ ਫਿਰ ਆਪਾਂ ਵੱਧ ਤੋਂ ਵੱਧ ਗੁਰਬਾਣੀ ਗੁਰੂ ਨੂੰ ਪੜ੍ਹ ਕੇ, ਵਿਚਾਰ ਕੇ, ਖੋਜ ਕੇ ਆਪਣੇ ਜੀਵਨ ਦਾ ਜੋ ਲਾਹਾ ਇਹ ਆਪਾਂ ਲਾਹਾ ਪ੍ਰਾਪਤ ਕਰਨਾ ਹੁੰਦਾ। ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ। ਜਿੰਨੀ ਆਪਾਂ ਸੰਗਤ ਕਰਾਂਗੇ ਉਨਾ ਹੀ ਸਾਨੂੰ ਲਾਭ, ਉਨਾ ਹੀ ਸਾਨੂੰ ਲਾਹ ਹੈ। ਮਹਾਰਾਜ ਫਰਮਾਉਂਦੇ ਕਬੀਰ ਏਕ ਘੜੀ ਆਧੀ ਘੜੀ ਆਧੀ ਹੂੰ ਤੇ ਆਧ, ਭਗਤਨ ਸੇਤੀ ਗੋਸ਼ਟੀ ਜੋ ਕੀਨੋ ਸੋ ਲਾਭ। ਬਈ ਜਿੰਨਾ ਅਸੀਂ ਸਤ ਸੰਗਤ ਕਰਾਂਗੇ ਸਾਨੂੰ ਲਾਭ ਹੀ ਲਾਭ, ਸਾਨੂੰ ਲਾਹਾ ਹੀ ਲਾਹਾ ਮਿਲਦਾ। ਇਸ ਵਾਸਤੇ ਆਪਾਂ ਫਿਰ ਵੱਧ ਤੋਂ ਵੱਧ ਸੰਗਤ ਕਰਨੀ। ਸੋ ਆਪਣਾ ਜੋ ਵਿਸਾਖੀ ਕੱਲ੍ਹ ਨੂੰ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣਗੇ। ਸੋ ਆਪਾਂ ਇਸੇ ਤਰ੍ਹਾਂ ਹੀ 2 ਦਿਨ ਗੁਰਬਾਣੀ ਗੁਰੂ ਨੂੰ ਸਰਵਣ ਕਰਨਾ ਵੀ ਤਾਂ ਕਿ ਜੋ ਗੁਰਬਾਣੀ ਗੁਰੂ ਸਾਨੂੰ ਸਾਡੀ ਕਾਇਆ ਦੀ ਖੋਜ ਦੱਸ ਰਹੇ, ਆਪਾਂ ਇਹ ਸੁਣ ਕੇ ਦੇਖਣਾ ਹੁੰਦਾ ਵੀ ਸਾਡੀ ਕਿੰਨੀ ਕੁ ਅਵਸਥਾ ਬਣੀ, ਬਈ ਅਸੀਂ ਕਿੰਨਾ ਕੁ ਮਾਰਗ ਤੈਅ ਕੀਤਾ ਹੈ, ਕਿੰਨਾ ਕੁ ਸਫ਼ਰ ਸਾਡਾ ਬਾਕੀ ਹੈ ਹਜੇ, ਸਾਡਾ ਮਨ ਕਿੱਥੇ ਕੁ ਬੈਠੇ, ਰਸਤੇ ਵਿੱਚ ਕੀ ਰੁਕਾਵਟਾਂ ਨੇ ਜਾਂ ਕੀ ਨਿਸ਼ਾਨੀਆਂ ਪ੍ਰਗਟ ਹੁੰਦੀ। ਉਹ ਫਿਰ ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਧਿਆਨ ਦੇ ਨਾਲ ਸੁਣਾਂਗੇ ਤੇ ਸਾਰੀ ਸਾਡੇ ਅੰਦਰ ਦੀ ਖੋਜ ਸਾਨੂੰ ਪਤਾ ਲੱਗਦਾ ਜਾਏਗਾ। ਉਹ ਇਸੇ ਤਰ੍ਹਾਂ ਹੀ ਆਪਾਂ ਗੁਰਬਾਣੀ ਗੁਰੂ ਨੂੰ ਸੁਣ ਕੇ 2 ਦਿਨ ਆਪਾਂ ਆਪਦੇ ਜੀਵਨ ਦਾ ਲਾਹਾ ਲੈਣਾ ਹੈ। ਸੋ ਬਾਕੀ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਜੋ ਸਾਨੂੰ ਸਤਿਗੁਰੂ ਸਮਝਾਉਂਦੇ ਵੀ ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ ਹਾਂ, ਕਿਵੇਂ ਹੁਣ ਆਪਾਂ ਜਿਉਂਦੇ ਜੀ ਮਿਲਾਪ ਕਰਨ, ਤੇ ਕਿਵੇਂ ਸਾਡੇ ਮਨ ਨੇ ਵਿਰਾਗੀ ਹੋਣਾ, ਵੀ ਕਿਵੇਂ ਅਸੀਂ ਵਿਰਾਗ ਕਰਕੇ ਸੱਚ ਵਾਸਤੇ। ਇੱਕ ਤਾਂ ਹੁੰਦਾ ਨਾ ਵੀ ਜਿਵੇਂ ਸੰਸਾਰ ਦਾ ਰੋਂਦੀ, ਜਿਵੇਂ ਜੀਵ ਜਿਹੜੇ ਚਲੇ ਗਏ ਸੰਸਾਰ 'ਚ ਉਹਨਾਂ ਨੂੰ ਰੋਂਦੀ। ਮਹਾਰਾਜ ਤਾਈਓ ਕਹਿੰਦੇ ਮੋਇਆਂ ਕੋ
ਵੀ ਜਿਹੜੇ ਮੋਏ ਨੇ ਉਹਨਾਂ ਨੂੰ ਕੀ ਰੋਣਾ ਹੈ। ਵੀ ਜੇ ਤੁਸੀਂ ਵਿਰਾਗ ਕਰਨਾ ਹੀ ਤੇ ਤੁਸੀਂ ਇਸ ਵਾਸਤੇ ਕਰੋ, ਸਿਫਤਸਲਾ ਮਾਲਕ ਦੀ ਵਡਿਆਈ ਕਰਕੇ ਵਿਰਾਗੀ ਹੋ। ਜੇ ਅਸੀਂ ਮਾਲਕ ਦੀ ਸਿਫਤਸਲਾ 'ਚ ਵਿਰਾਗੀ ਹੋਵਾਂਗੇ ਤੇ ਵਿਰਾਗ ਸਾਨੂੰ ਮਾਇਆ ਤੋਂ ਪੁੱਠਾ ਦੀ। ਮਹਾਰਾਜ ਤਾਈਓ ਕਹਿੰਦੇ ਬਿਨ ਵਿਰਾਗ ਨਾ ਛੂਟ ਸਮਾਇਆ। ਜੇ ਅਸੀਂ ਮਾਲਕ ਦੀ ਵਿਰਾਗੀ ਹੋਵਾਂਗੇ ਤੇ ਮਾਇਆ ਛੁੱਟ ਜੇਗੀ। ਜੇ ਅਸੀਂ ਮਾਇਆ ਲਈ ਵਿਰਾਗੀ ਹੋਵਾਂਗੇ ਰੋਵਾਂਗੇ ਤਾਂ ਝੂਠਾ ਹੈ ਸਾਰਾ ਕੁਛ। ਸੋ ਇਸ ਵਾਸਤੇ ਸਮਝਾਉਂਦੇ ਵੀ ਅਸੀਂ ਜੇ ਵਿਰਾਗ ਕਰਨਾ ਤਾਂ ਮਾਲਕ ਵਾਸਤੇ, ਕਿਉਂਕਿ ਅਸੀਂ ਉਹ ਤੋਂ ਵਿਛੜੇ ਤੇ ਉਹ ਤਾਂ ਹੀ ਹੋਏਗਾ ਜੇ ਸਾਨੂੰ ਗਿਆਨ ਹੋਏਗਾ, ਜੇ ਸਾਨੂੰ ਸੋਝੀ ਹੋਏਗੀ। ਤੇ ਗਿਆਨ ਸਾਨੂੰ ਹੋਣਾ ਫਿਰ ਸੰਗਤ ਕਰਕੇ। ਇਸ ਲਈ ਆਵਾ ਵੱਧ ਤੋਂ ਵੱਧ ਸੰਗਤ ਕਰਕੇ ਜੀਵਨ ਦਾ ਲਾਹਾ ਖੱਟਣਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ।